ਸੂਹੀ ਮਹੱਲਾ ਪੰਜਵਾ। ਸੂਹੀ ਰਾਗ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਫੁਰਮਾਨ ਕਰਦੇ ਹਨ। ਮਹਾਯਗਨ ਤੇ ਤੁਧ ਹੱਥ ਦੇ ਰਾਖੇ। ਹੇ ਵਾਹਿਗੁਰੂ, ਤੂੰ ਮਾਤਾ ਦੇ ਗਰਭ ਰੂਪ ਜਾਂ ਮਾਇਆ ਰੂਪ ਜਿਹੜੀ ਵੱਡੀ ਅੱਗ ਹੈ ਉਹਦੇ ਵਿੱਚ ਪੈਣ ਤੋਂ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਉਹਨਾਂ ਨੂੰ ਰੱਖ ਲਿਆ ਹੈ। ਭਏ ਤੇਰੀ ਸ਼ਰਨ ਆਈ। ਜੋ ਤੇਰੀ ਸ਼ਰਨ ਵਿੱਚ ਆ ਕੇ ਪਏ ਨੇ ਉਹਨਾਂ ਨੂੰ ਵੱਡੀ ਅੱਗ ਵਿੱਚ ਪੈਣ ਤੋਂ ਸੜਨ ਤੋਂ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਤੂੰ ਰੱਖ ਲਿਆ ਹੈ। ਤੇਰਾ ਮਾਨ ਤਾਨ ਰਿਦ ਅੰਤਰ। ਹੇ ਵਾਹਿਗੁਰੂ, ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਤੇਰਾ ਹੀ ਮਾਨ ਆਸਰਾ ਹੈ ਅਤੇ ਵਿਵੇਕ ਦਾ ਬਲ ਹੈ। ਹੋਰ ਦੂਜੀ ਆਸ ਚੁਕਾਈ। ਉਹਨਾਂ ਨੇ ਹੋਰ ਦੂਜੀ ਦੇਵੀ ਦੇਵਤਿਆਂ ਦੀ ਆਸਾ ਅੰਦਰੋਂ ਚੁਕਾ ਦਿੱਤੀ ਹੋਈ ਹੈ। ਮੇਰੇ ਰਾਮ ਰਾਏ, ਹੇ ਮੇਰੇ ਰਾਜਾ ਸਰੂਪ ਪਰਮੇਸ਼ਰ, ਤੁਧ ਚਿਤੇ ਆਇਆ ਉਬਰੇ। ਤੇਰੇ ਚੇਤੇ ਆਉਣ ਕਰਕੇ ਅਸੀਂ ਵਿਕਾਰ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚ ਗਏ ਹਾਂ ਜੀ। ਤੇਰੀ ਟੇਕ ਪਰਵਾਸਾ ਤੁਮਰਾ। ਹੇ ਵਾਹਿਗੁਰੂ, ਸਾਨੂੰ ਤੇਰੀ ਹੀ ਇਸ ਲੋਕ ਦੇ ਵਿੱਚ ਟੇਕ ਓਟ ਹੈ ਅਤੇ ਤੇਰਾ ਹੀ ਅੱਗੇ ਪਰਲੋਕ ਦੇ ਵਿੱਚ ਭਰੋਸਾ ਹੈ। ਜਪ ਨਾਮ ਤੁਮਾਰਾ ਉਦਰੇ। ਤੇਰਾ ਨਾਮ ਜਪ ਕੇ ਅਨੇਕਾਂ ਲੋਕ ਇਹ ਸੰਸਾਰ ਤੋਂ ਉਧਰ ਗਏ, ਤਰ ਗਏ ਹਨ। ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਨੇ। ਅੰਧਕੂਪ ਤੇ ਤੋਏ ਕਾਢ ਲੀਏ ਤੁਮ। ਹੇ ਵਾਹਿਗੁਰੂ, ਤੂੰ ਸੰਸਾਰ ਬੰਨੇ ਖੂਹ ਤੋਂ ਕਿਰਪਾ ਕਰਕੇ ਕੱਢ ਲਿਆ ਹੈ। ਆਪ ਭਏ ਕਿਰਪਾਲਾ। ਹੇ ਵਾਹਿਗੁਰੂ, ਜਿਨ੍ਹਾਂ ਪਰ ਤੂੰ ਆਪ ਦਇਆਵਾਨ ਹੋਇਆ ਹੈ ਉਹਨਾਂ ਨੂੰ ਇਸ ਸੰਸਾਰ ਬੰਨੇ ਖੂਹ ਤੋਂ ਕਿਰਪਾ ਕਰਕੇ ਕੱਢ ਲੈਣਾ ਕੀਤਾ ਹੈ। ਸਾਰ ਸੰਭਾਲ ਸਰਬ ਸੁਖ ਦੀਏ। ਉਹਨਾਂ ਦੀ ਸਾਰੀ ਖਬਰ ਲੈ ਕੇ ਤੇ ਸੰਭਾਲ ਕੇ ਸਾਰੇ ਪ੍ਰਕਾਰ ਦੇ ਸੁੱਖ ਤੂੰ ਉਹਨਾਂ ਨੂੰ ਦੇਣਾ ਕੀਤੇ ਹਨ। ਆਪ ਕਰੇ ਪ੍ਰਤਪਾਲਾ। ਉਹ ਜਾਣਦੇ ਨੇ ਕਿ ਤੂੰ ਆਪ ਹੀ ਪਾਲਣਾ ਕਰਦਾ ਹੈ। ਆਪਣੀ ਨਾਦਰ ਕਰੇ ਪਰਮੇਸ਼ਰ। ਇਹ ਪਰਮੇਸ਼ਰ ਜਿਨ੍ਹਾਂ ਦੇ ਤੂੰ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ। ਬੰਧਨ ਕਾਟ ਚੜਾਏ। ਉਹਨਾਂ ਦੇ ਹੰਗਤਾ ਮਮਤਾ ਦੇ ਜੰਜਾਲਾਂ ਨੂੰ ਕੱਟ ਕੇ ਤੂੰ ਛੁਡਾ ਲਿਆ, ਭਾਵ ਉਹਨਾਂ ਨੂੰ ਮੁਕਤ ਕਰ ਦਿੱਤਾ ਹੈ। ਆਪਣੀ ਭਗਤਾ ਪ੍ਰਭ ਆਪ ਕਰਾਈ। ਇਹ ਪਰਮੇਸ਼ਰ ਉਹਨਾਂ ਕੋਲੋਂ ਆਪਣੀ ਪ੍ਰੇਮਾ ਭਗਤੀ ਤੂੰ ਆਪ ਹੀ ਕਰਾਉਣਾ ਕੀਤੀ ਹੈ। ਆਪੇ ਸੇਵਾ ਲਾਏ। ਅਤੇ ਆਪ ਹੀ ਉਹਨਾਂ ਨੂੰ ਆਪਣੀ ਸੇਵਾ ਟਹਿਲ ਦੇ ਵਿੱਚ ਲਾ ਲਿਆ ਹੈ। ਭਰਮ ਗਿਆ ਪੈ ਮੋਹ ਬਿਨਾਸੇ। ਉਹਨਾਂ ਦਾ ਸਰੂਪ ਦਾ ਭਰਮ ਵੀ ਚਲਿਆ ਗਿਆ, ਜਾਂ ਮਾਦਕਾਂ ਦਾ ਭੈ, ਸੰਬੰਧੀਆਂ ਸਰੀਰ ਆਦਿਕ ਦਾ ਮੋਹ ਵੀ ਨਾਸ਼ ਹੋ ਗਿਆ ਹੈ। ਮਿਟਿਆ ਸਗਲ ਵਸੂਰਾ। ਅਤੇ ਸਾਰਾ ਝੋਰਾ ਜਾਂ ਵਿਸ਼ੇਸ਼ ਕਰਕੇ ਅਗਿਆਨ ਅਵਿਦਿਆ ਦਾ ਸੂਲ ਰੋਗ ਇਹ ਵੀ ਮਿਟ ਗਿਆ, ਨਿਵਰਤ ਹੋ ਗਿਆ ਹੈ। ਨਾਨਕ ਦਇਆ ਕਰੀ ਸੁਖ ਦਾਤਾ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ, ਹੇ ਸੁੱਖਾਂ ਦੇ ਦੇਣ ਵਾਲੇ ਪਰਮਾਤਮਾ, ਜਦ ਤੂੰ
ਸਾਡੇ ਤੇ ਆਪਣੀ ਮਿਹਰ ਕੀਤੀ। ਭੇਟਿਆ ਸਤਿਗੁਰ ਪੂਰਾ ਤਦ ਸਾਨੂੰ ਪੂਰਾ ਸਤਿਗੁਰੂ ਮਿਲ ਗਿਆ ਹੈ। ਸੂਹੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੂਹੀ ਰਾਗ ਦੇ ਵਿੱਚ ਫਰਮਾਨ ਕਰਦੇ ਨੇ। ਜਬ ਕਛ ਨਾਸੀਓ। ਜਦ ਜੀ ਮਾਤਾ ਦੇ ਗਰਭ ਦੇ ਵਿੱਚ ਕੁਝ ਵੀ ਨਹੀਂ ਸੀ, ਮਤਲਬ ਇੱਕ ਬੂੰਦ ਰੂਪ ਸੀਗਾ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਗੋਲੀ ਜੀ ਬਣੀ ਹੈ, ਕੁਛ ਵੀ ਨਹੀਂ ਸੀਗਾ। ਉਹਦੇ ਤੋਂ ਬਾਅਦ ਹੀ ਮੂਰਤ ਸੂਰਤ ਕਰਿਆ, ਪਰ ਇਹਦਾ ਆਕਾਰ ਘੜਿਆ ਗਿਆ ਹੈ। ਤਬ ਕਿਆ ਕਰਤਾ। ਉਹਨੇ ਪੁੱਠੀਆਂ ਛਾਲਾਂ ਮਾਰਦਾ, ਬੜੀਆਂ ਡੀਂਗਾਂ ਮਾਰਦਾ, ਮੈਂ ਆਹ ਕਰ ਦਿਓ, ਮੈਂ ਉਹ ਕਰ ਦਿਓ। ਉਦੋਂ ਕੀ ਕਰਦਾ ਸੀਗਾ, ਕੀ ਕਰ ਸਕਦਾ ਸੀ। ਕਵਨ ਕਰਮ ਕਰ ਆਇਆ। ਜਦ ਮਾਂ ਦੇ ਗਰਭ ਚੋਂ ਬਾਹਰ ਆ ਗਿਆ, ਤਦ ਕਿਹੜਾ ਕਰਮ ਕਰਦਾ ਹੈ, ਭਾਵ ਆਪ ਕੁਝ ਨਹੀਂ ਕਰ ਸਕਦਾ। ਇਸੇ ਪ੍ਰਕਾਰ ਜਬ ਕਛ ਨਾਸੀਓ। ਜਦ ਜੀਵ ਮਾਂ ਦੇ ਗਰਭ ਦੇ ਵਿੱਚ ਕੁਝ ਵੀ ਨਹੀਂ ਸੀਗਾ, ਪਰ ਬਹੁਤ ਸੂਖਮ ਆਕਾਰ ਵਾਲਾ ਸੀ। ਤਬ ਕਿਆ ਕਰਤਾ। ਤਦੋਂ ਇਹ ਕੀ ਕਰਦਾ ਸੀ, ਭਾਵ ਕਿ ਨਾਮ ਜਪਦਾ ਸੀ। ਮਹਾਰਾਜ ਨੇ ਬਚਨ ਕੀਤਾ, ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਮਾਧੋ ਤੂੰ ਠਾਕੁਰ ਸਿਰ ਮੋਰਾ, ਇਹਾ ਉਹਾ ਤੁਹਾਰੋ ਤੋਰਾ। ਸੋ ਉਦੋਂ ਇਹ ਸਵਾਸ ਸਵਾਸ ਨਾਮ ਜਪਦਾ ਸੀ। ਪੌੜੀ ਰਕਤ ਬਿੰਦ ਕਾ ਨਿਮਿਆ, ਅਗਨ ਉਦਰ ਮਝਾਰ। ਉਰਦ ਮੁਖ ਕੋ ਚੀਲ ਵਿਕਲ, ਨਰਕ ਕੋਰ ਗੁਬਾਰ। ਹਰ ਸਿਮਰਤ ਤੂੰ ਨਾ ਜਲ, ਮਨ ਧਨ ਉਰ ਧਾਰ। ਬਿਖਮ ਥਾਨੋਂ ਜਿਨ ਰਖਿਆ, ਤਿਸ ਤਿਲ ਨਾ ਵਿਸਾਰ। ਬੜਾ ਸੂਖਮ ਆਕਾਰ ਵਾਲਾ ਸੀ, ਨਾਮ ਜਪਦਾ ਸੀ। ਕਰਮ ਕਵਨ ਕਰਮ ਕਰ ਆਇਆ। ਹਰ ਜਦ ਗਰਭ ਦੇ ਵਿੱਚੋਂ ਬਾਹਰ ਆ ਗਿਆ, ਕੁਝ ਕੁ ਜਵਾਨ ਹੋ ਗਿਆ, ਤਦੋਂ ਹੀ ਕਿਹੜੇ ਕਰਮ ਕਰਨ ਲੱਗ ਪਿਆ, ਤੇ ਭਾਗਮੁਖ ਜਨਮ ਗੋਇਆ। ਜਿਹਦੇ ਚੋਂ ਨਿਕਲਿਆ ਉਹਦੇ 'ਚ ਹੀ ਜੀਵਨ ਖਰਾਬ ਕਰ ਬੈਠਾ, ਭਾਵ ਬੁਰੇ ਕਰਮਾਂ ਦੇ ਵਿੱਚ ਫਸ ਗਿਆ ਹੈ। ਆਪਣਾ ਖੇਲ ਆਪ ਕਰ ਦੇਖੈ। ਇਹ ਵਾਹਿਗੁਰੂ ਜੀ ਦਾ ਆਪਣਾ ਖੇਲ ਹੈ। ਉਹ ਆਪਣੀ ਖੇਡ ਨੂੰ, ਆਪਣੇ ਕੌਤਕ ਨੂੰ ਆਪ ਹੀ ਪੈਦਾ ਕਰਕੇ ਫਿਰ ਆਪ ਹੀ ਦੇਖਦਾ, ਭਾਵ ਪਾਲਦਾ ਹੈ। ਠਾਕੁਰ ਰਚਨ ਰਚਾਇਆ। ਜਿਸ ਠਾਕੁਰ ਮਾਲਕ ਪਰਮੇਸ਼ਰ ਨੇ ਸੰਸਾਰ ਦੀ ਰਚਨਾ ਨੂੰ ਰਚਾਉਣਾ ਬਣਾਉਣਾ ਕੀਤਾ, ਉਹ ਆਪਣਾ ਖੇਲ ਆਪ ਹੀ ਪੈਦਾ ਕਰਕੇ ਆਪ ਹੀ ਦੇਖਦਾ ਪਾਲਦਾ ਹੈ। ਮੇਰੇ RAM ਰਾਏ। ਮੇਰੇ ਰਾਜਾ ਸਰੂਪ ਪਰਮੇਸ਼ਰ, ਮੁਝ ਤੇ ਕਛੂ ਨਾ ਹੋਈ। ਮੈਥੋਂ ਕੁਝ ਵੀ ਨਹੀਂ ਹੋ ਸਕਦਾ। ਆਪੇ ਕਰਤਾ ਆਪ ਕਰਾਏ। ਤੂੰ ਆਪ ਹੀ ਰਚਨਹਾਰ ਹੈ, ਆਪ ਹੀ ਪਾਲਣਾ ਕਰਾਉਂਦਾ ਹੈ। ਜਾਂ ਇਸੇ ਪ੍ਰਕਾਰ ਆਪੇ ਕਰਤਾ ਆਪ ਕਰਾਏ। ਤੂੰ ਆਪ ਹੀ ਬ੍ਰਹਮਾ ਆਦਿਕਾਂ ਨੂੰ ਪੈਦਾ ਕਰਦਾ, ਤੇ ਆਪ ਹੀ ਉਹਨਾਂ ਕੋਲੋਂ ਸ੍ਰਿਸ਼ਟੀ ਦੀ ਉਤਪਤੀ ਪਾਲਣਾ ਲੈਤਾ ਕਰਾਉਂਦਾ ਹੈ। ਸਰਬ ਨਿਰੰਤਰ ਸੋਈ। ਸੋਈ ਤੂੰ ਆਪ ਹੀ ਸਾਰਿਆਂ ਦੇ ਵਿੱਚ ਇੱਕ ਰਸ ਵਿਆਪਕ ਹੋ ਰਿਹਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਗਣਤੀ ਗਾਣੀ ਨਾ ਛੂਟੈ ਕਤ ਹੋ। ਆਪਣੇ ਸਾਧਨਾ ਆਦਿਕ ਦੀ ਗਿਣਤੀ ਗਿਣਨ ਨਾਲ ਕਦੀ ਵੀ ਜੀਵ ਛੁੱਟ ਨਹੀਂ ਸਕਦਾ ਹੈ। ਇਸੇ ਪ੍ਰਕਾਰ ਗਣਤੀ ਗਾਣੀ ਨਾ ਛੂਟੈ ਕਤ ਹੋ। ਇਹ ਪ੍ਰਭੂ ਜੀਵਨ ਦੇ ਕਰਮਾਂ ਦੀ ਗਿਣਤੀ ਗਿਣਨ ਨਾਲ
ਇਹ ਕਦੇ ਵੀ ਛੁੱਟ ਨਹੀਂ ਸਕਦਾ। ਕਾਚੀ ਦੇਹ ਇਆਣੀ, ਇਹ ਅਗਿਆਤ ਪੰਜਾਂ ਤੱਤਾਂ ਦੀ ਕੱਚੀ ਦੇਹ ਕੀ ਕਰ ਸਕਦੀ ਹੈ? ਇਸੇ ਪ੍ਰਕਾਰ ਕਾਚੀ ਦੇਹ ਇਆਣੀ, ਜੀਵਨ ਦੀ ਬੁੱਧੀ ਰੂਪ ਦੇ ਅਗਿਆਨ ਦੇ ਸਹਿਤ ਬੇਸਮਝ ਤੇ ਕੱਚੀ ਭਾਵ ਸਵੈ ਸਤਾਹੀਣ ਹੈ। ਇਹ ਕੀ ਕਰ ਸਕਦੀ ਹੈ? ਗਣਤੀ ਸੋ ਗਣਤੀ ਗਣੀ ਨਾ ਛੂਟੀ ਹੈ, ਕਾਚੀ ਦੇ ਬੇਕਾਰ। ਬਾਮਣ ਅੱਖਰੀ 'ਚ ਵੀ ਮਹਾਰਾਜ ਨੇ ਲਿਖਿਆ ਹੈ ਕਿ ਸਾਧਨਾਂ ਦੀ ਗਿਣਤੀ ਗਿਣ ਨਾਲ ਮਾਲਾ ਫੇਰਨਾ ਨਹੀਂ ਬੰਦਾ ਛੁੱਟਦਾ ਹੈ, ਗਿਣਤੀਆਂ ਮਿਣਤੀਆਂ ਦੇ ਨਾਲ। ਇਹ ਦੇਹ ਕੱਚੀ ਹੈ, ਵਿਕਾਰਾਂ ਵਾਲੀ ਹੈ। ਕਰਮਾਂ ਦੀ ਗਿਣਤੀ ਗਿਣ ਨਾਲ ਕਦੇ ਨਹੀਂ ਛੁੱਟ ਸਕਦਾ ਹੈ। ਇਸ ਵਾਸਤੇ ਨਾਮ ਜਪ ਕੇ ਛੁਟਕਾਰਾ ਹੋਏਗਾ। ਜੀ ਜਨਤਾ ਕਿਰਪਾ ਕਰੋ ਪ੍ਰਭ ਕਰਨ ਹਾਰੇ। ਇਹ ਸੰਸਾਰ ਨੂੰ ਰਚਣ ਵਾਲੇ ਪਰਮੇਸ਼ਰ, ਤੂੰ ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਦਇਆ ਕਰੋ ਦਇਆਲ, ਆਪਣੀ ਸਿਫਤ ਦੇਹੋ, ਦਰਸ਼ਨ ਦੇਖ ਨਿਹਾਲ, ਨਾਨਕ ਪ੍ਰੀਤ ਹੈ। ਤੇਰੀ ਬਖਸ਼ ਨਿਰਾਲੀ, ਤੇਰੀ ਬਖਸ਼ਿਸ਼ ਸਭ ਨਾਲੋਂ ਨਿਆਰੀ ਹੈ, ਸਭ ਨਾਲੋਂ ਅਸੰਗ ਕਰਨੇ ਵਾਲੀ ਹੈ। ਜੀ ਜੰਤ ਸਭ ਤੇਰੇ ਕੀਤੇ, ਸੂਖਮ ਅਸਤੂਲ ਛੋਟੇ ਵੱਡੇ ਜੀਵਾਂ ਨੂੰ ਵਾਜੇ, ਇਹ ਵਾਹਿਗੁਰੂ ਸਭ ਤੇਰੇ ਹੀ ਪੈਦਾ ਕੀਤੇ ਹੋਏ ਨੇ। ਘਟ ਘਟ ਤੋਹੀ ਧਿਆਈ ਐ, ਘਟਾਂ ਘਟਾਂ ਵਿੱਚ ਤੈਨੂੰ ਹੀ ਸਾਰੇ ਧਿਆਉਂਦੇ ਸਿਮਰਦੇ ਨੇ, ਜਾਂ ਤੈਨੂੰ ਘਟਾਂ ਘਟਾਂ ਵਿੱਚ ਵਿਆਪਕ ਜਾਣ ਕੇ ਚੇਤੇ ਕਰ ਰਹੇ ਹਨ। ਤੇਰੀ ਗਤ ਮਿਤ ਤੂੰ ਹੈ ਜਾਣ ਹੈ, ਤੇਰੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਨੂੰ ਤੂੰ ਆਪ ਹੀ ਜਾਣਦਾ ਹੈ। ਕੁਦਰਤ ਕੀਮ ਨਾ ਪਾਈਐ, ਤੇਰੀ ਸ਼ਕਤੀ ਰਚਨਾ ਦੀ ਕੀਮਤ ਨਹੀਂ ਪਾ ਸਕੀ ਦੀ। ਨਿਰਗੁਣ ਮੁਗਧ ਅਜਾਣ ਅਗਿਆਨੀ, ਸਤਿਗੁਰੂ ਮਹਾਰਾਜ ਸਾਹਿਬ ਬੇਨਤੀ ਕਰਨ ਦਾ ਤਰੀਕਾ ਦੱਸਦੇ ਨੇ ਕਿ ਇੰਝ ਬੇਨਤੀ ਕਰੋ ਕਿ ਹੇ ਵਾਹਿਗੁਰੂ, ਮੈਂ ਸ਼ੁਭ ਗੁਣਾਂ ਤੋਂ ਹੀਣਾ, ਸ਼ਾਸਤਰ ਗਿਆਨ ਤੋਂ ਰਹਿਤ ਮੁਗਧ ਮੂਰਖ, ਪ੍ਰੋ ਗਿਆਨ ਤੋਂ ਰਹਿਤ ਅਜਾੜ ਬੇਸਮਝ ਹਾਂ, ਅਗਿਆਨੀ ਅਪਰੋ ਗਿਆਨ ਤੋਂ ਰਹਿਤ ਹਾਂ। ਕਰਮ ਧਰਮ ਨਹੀਂ ਜਾਣਾ, ਅਤੇ ਨਿਸ਼ਕਾਮ ਕਰਮ ਤੇ ਸਿਮਰਨ ਭਜਨ ਰੂਪ ਧਰਮ ਨਹੀਂ ਜਾਣਦਾ ਹਾਂ। ਦਇਆ ਕਰੋ ਨਾਨਕ ਗੁਣ ਗਾਵੈ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ, ਵਾਹਿਗੁਰੂ ਆਪਣੀ ਦਇਆ ਮਿਹਰ ਕਰੋ ਤਾਂ ਜੋ ਅਸੀਂ ਤੇਰੇ ਗੁਣ ਗਾਇਨ ਕਰ ਸਕੀਏ। ਮਿੱਠਾ ਲੱਗਾ ਤੇਰਾ ਭਾਣਾ, ਤੇਰਾ ਭਾਣਾ ਭਾਈ ਭਿਖਾਰੀ ਜੀ ਵਾਂਗ ਸਾਨੂੰ ਮਿੱਠਾ ਲੱਗਣਾ ਕਰੇ। ਇੱਕ ਪਾਸੇ ਲੜਕੇ ਦਾ ਵਿਆਹ ਰਚਿਆ ਹੋਇਆ, ਦੂਜੇ ਪਾਸੇ ਉਹ ਸਿੜੀ ਤਿਆਰ ਕਰ ਰਿਹਾ ਜਿਹਦੇ ਵਿੱਚ ਮੁਰਦਾ ਪਾ ਕੇ ਮੜੀਆਂ ਨੂੰ ਲਿਜਾਈਦਾ, ਅਤੇ ਜਿਹੜੀ ਪਾਟੀ ਹੋਈ ਦਰੀ ਆ ਉਹਨੂੰ ਟਾਕੀਆਂ ਲਾ ਰਿਹਾ। ਪੰਜਵੇਂ ਪਾਤਸ਼ਾਹ ਜੀ ਦਾ ਭੇਜਿਆ ਗੁਰਸਿੱਖ ਭਾਈ ਗੁਰਮੁਖ, ਉਹਨੇ ਪੁੱਛਿਆ, ਭਾਈ ਸਾਹਿਬ ਇਹ ਕੀ ਕਰ ਰਹੇ ਹੋ? ਬਾਹਰ ਹਲਵਾਈ ਲੱਗੇ, ਮਠਿਆਈਆਂ ਬਣ ਰਹੀਆਂ, ਤੁਸੀਂ ਅੰਦਰ ਵੜ ਕੇ ਟਾਕੀਆਂ ਲਾ ਰਹੇ ਹੋ। ਛੱਡੋ, ਆਓ ਰੰਗ ਤਮਾਸ਼ੇ ਵੇਖੋ। ਭਾਈ ਸਾਹਿਬ ਕਹਿਣ ਲੱਗੇ, ਭਾਈ ਇਹਨਾਂ ਦੀ ਵੀ ਜ਼ਰੂਰਤ ਹੈ। ਕਹਿੰਦੇ ਸਭ ਮੁਰਦਿਆਂ ਵਾਲਾ ਸਮਾਨ ਹੈ, ਕਫਨ ਤਿਆਰ ਕੀਤਾ ਹੋਇਆ ਹੈ, ਸਿੜੀ ਤਿਆਰ ਕੀਤੀ ਹੋਈ ਹੈ, ਦਰੀ ਨੂੰ ਟਾਕੀਆਂ ਲਾ ਰਹੇ ਹੋ, ਬਾਹਰ ਵਿਆਹ ਹੈ। ਕਹਿੰਦੇ ਇਹਦੀ ਵੀ ਲੋੜ ਹੈ। ਕਹਿੰਦੇ ਕੀ ਲੋੜ ਹੈ ਜੀ? ਕਹਿੰਦੇ ਸਮਾਂ ਆਉਣ 'ਤੇ ਆਪਣੇ ਆਪ ਤੈਨੂੰ ਪਤਾ ਚੱਲ ਜਾਏਗਾ। ਜਦ ਲੜਕੇ ਨੂੰ ਵਿਆਹ ਕੇ ਨਹੁੰ ਘਰ ਲਿਆਂਦੇ ਤਾਂ ਕੋਈ ਚੋਰ ਚੋਰੀ ਕਰਨ ਆਏ, ਉਹਦੇ ਮਗਰ ਵਾੜ ਭੱਜੇ, ਇਹ ਵੀ ਭੱਜੇ।
ਜਾਂ ਸ਼ਾਇਦ ਲੜਾਈ ਹੋਈ, ਲੜਾਈ ਛਡਾਉਣ ਦੇ ਵਿੱਚ ਚਲੇ ਗਏ, ਕੁਝ ਵੀ ਹੋਇਆ। ਉਹ ਜਿਹੜੀ ਗੋਲੀ ਸੀਗੀ ਲੜਾਈ ਝਗੜੇ ਵਿੱਚ ਜਾਂ ਚੋਰਾਂ ਵੱਲੋਂ ਚਲਾਈ, ਇਹਦੇ ਵੱਜ ਗਈ, ਇਹਦੇ ਲੜਕੇ ਦੇ। ਉਹ ਵਿਚਾਰਾ ਚੜ੍ਹਾਈ ਕਰ ਗਿਆ, ਉੱਥੇ ਰੋਣਾ ਧੋਣਾ ਖੜਾ ਹੋ ਗਿਆ। ਲੋਕ ਅਫਸੋਸ ਕਰਨ ਆਉਣ ਲੱਗੇ ਤਾਂ ਜਿਹੜੀ ਦਰੀ ਨੂੰ ਟਾਕੀਆਂ ਲਾ ਰਹੇ ਸੀ ਉਹ ਲਿਆ ਕੇ ਭਾਈ ਸਾਹਿਬ ਨੇ ਵਿਛਾ ਦਿੱਤੀ। ਜਿਹੜੀ ਛੜੀ ਤਿਆਰ ਕੀਤੀ ਸੀ ਉਹ ਲਿਆ ਕੇ ਵਿਹੜੇ 'ਚ ਰੱਖ ਦਿੱਤੀ। ਨਾ ਪਹਿਲਾਂ ਉਹ ਹੱਸ ਖੇਡ ਰਹੇ ਸੀ, ਨੱਚ ਗਾ ਰਹੇ ਸੀ, ਵਿਆਹ ਦੇ ਵਿੱਚ ਕੋਈ ਖੁਸ਼ੀ ਨਹੀਂ ਮਨਾ ਰਹੇ, ਅਤੇ ਨਾ ਹੀ ਹੁਣ ਰੋ ਰਹੇ ਨੇ। ਉਹ ਭਾਈ ਗੁਰਮੁਖ ਸਿੱਖ ਨੇ ਆਖਿਆ, ਕਹਿੰਦੇ ਮਹਾਰਾਜ ਜੇ ਤੁਹਾਨੂੰ ਇੰਨੀ ਅੰਤਰਜਾਮਤਾ ਹੈ ਤਾਂ ਤੁਸੀਂ ਮਹਾਰਾਜ ਦੇ ਕੋਲ ਇੰਨੀ ਚੱਲਦੀ ਵੇਖੋ, ਗੁਰੂ ਸਾਹਿਬ ਨੇ ਮੈਨੂੰ ਤੁਹਾਡੇ ਘਰ ਭੇਜਿਆ, ਸਾਹਿਬ ਤੁਹਾਨੂੰ ਗੁਰਮੁਖ ਮੰਨਦੇ ਨੇ, ਅਤੇ ਤੁਸੀਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਕੇ ਆਪਣੇ ਮੁੰਡੇ ਦੀ ਉਮਰ ਵਧਾ ਲੈਂਦੇ। ਕਹਿੰਦੇ ਆਖਿਰ ਜੇ ਉਮਰ ਵਧਾ ਲੈਂਦੇ ਤਾਂ ਵੀ ਤਾਂ ਮਰਨਾ ਹੀ ਸੀ, ਕਿੰਨੀ ਕੁ ਬੰਦਾ ਉਮਰ ਵਧਾ ਲਏਗਾ, ਇਸ ਲਈ ਭਾਣੇ 'ਚ ਰਹਿਣਾ ਚਾਹੀਦਾ। ਕਹਿੰਦੇ ਫਿਰ ਮਹਾਰਾਜਾ ਨਹੁੰ ਕਾਹਦੇ ਵਾਸਤੇ ਲਿਆ ਕੇ ਇਸ ਘਰ ਦੇ ਵਿੱਚ ਪ੍ਰਵੇਸ਼ ਕਰਵਾਈ, ਇਹਨੂੰ ਨਾ ਹੀ ਵਿਆਹ ਕੇ ਲਿਆਉਂਦੇ, ਇਹ ਵਿਚਾਰੀ ਦੀ ਜ਼ਿੰਦਗੀ ਸਾਰੀ ਦੁੱਖਾਂ ਵਿੱਚ ਨਿਕਲੂਗੀ। ਤੁਹਾਨੂੰ ਜੇ ਪਤਾ ਸੀ ਵੀ ਮੇਰੇ ਮੁੰਡੇ ਨੇ ਵਿਆਹ ਤੋਂ ਬਾਅਦ ਮਰ ਜਾਣਾ, ਅਤੇ ਇਹਨੂੰ ਵਿਚਾਰੀ ਨੂੰ ਵਿਆਹ ਕੇ ਕਿਉਂ ਲਿਆਂਦਾ, ਇਹਦੀ ਜ਼ਿੰਦਗੀ ਖਰਾਬ ਕੀਤੀ। ਕਹਿੰਦੇ ਵਾਹਿਗੁਰੂ ਵਾਹਿਗੁਰੂ, ਇਹਦੀ ਜ਼ਿੰਦਗੀ ਸਫਲ ਹੋਈ ਹੈ। ਇਹ ਸੰਗਤ ਦੀ ਸੇਵਾ ਕਰੂਗੀ, ਬਰਤਨ ਮਾਂਜੇਗੀ, ਆਪਣਾ ਜੀਵਨ ਸਫਲ ਕਰੇਗੀ। ਪਿਛਲੇ ਜਨਮ 'ਚ ਵੇਸਵਾ ਸੀ, ਮੇਰਾ ਲੜਕਾ ਤਪਸਵੀ ਸੀ, ਇਹਨਾਂ ਦੀ ਨਿਗਾਹ ਰਲ ਗਈ, ਮਨ ਦਾ ਫੁਰਨਾ ਕੇਵਲ ਵਿਆਹ ਦਾ ਬਣਿਆ। ਉਸੇ ਵਕਤ ਸਵਾਸ ਪੂਰੇ ਹੋ ਗਏ। ਮਹਾਰਾਜ ਨੇ ਉਮਰ ਉਨੀ ਕੁ ਲਿਖੀ ਸੀ, ਉਹ ਫੁਰਨਾ ਹੀ ਪੂਰਾ ਕੀਤਾ ਵਾਹਿਗੁਰੂ ਨੇ। ਕੇਵਲ ਵਿਆਹ ਦਾ ਫੁਰਨਾ ਸੀਗਾ, ਸੋ ਪੂਰਾ ਹੋ ਗਿਆ। ਉਹਨੇ ਪਹਿਲੇ ਜਨਮ 'ਚ ਹੀ ਮੁਕਤ ਹੋ ਜਾਣਾ ਸੀ, ਪਰ ਫੁਰਨਾ ਹੋਣ ਕਰਕੇ ਉਹਨੂੰ ਜਨਮ ਲੈਣਾ ਪਿਆ। ਸਾਡੇ ਘਰ ਵਾਹਿਗੁਰੂ ਜੀ ਨੇ ਭੇਜਿਆ। ਜਿਹੜੀਆਂ ਰੂਹਾਂ ਨੇ ਉਹ ਕਿਸੇ ਦਾ ਕੋਈ ਧੀ ਨਹੀਂ, ਕੋਈ ਪੁੱਤ ਨਹੀਂ, ਇਹ ਪੁਰਾਣਾ ਕੋਈ ਲੈਣ ਦੇਣ ਸੰਬੰਧ ਹੈ। ਪਤਾ ਨਹੀਂ ਕਿੱਥੋਂ ਕਿੱਥੋਂ ਆਉਂਦੀਆਂ ਨੇ, ਮੁੜ ਕੇ ਫਿਰ ਤੁਰ ਜਾਂਦੀਆਂ ਨੇ। ਆਪਾਂ ਤਾਂ ਐਵੇਂ ਆਪਣੱਤ ਜਣਾਉਂਦੇ ਹਾਂ ਕਿ ਆਹ ਸਾਡਾ ਹੈ। ਉਹ ਹੁਣ ਮੁਕਤ ਹੋ ਗਿਆ ਹੈ, ਵਿਆਹ ਕਰਾ ਕੇ ਉਹਦਾ ਫੁਰਨਾ ਖਤਮ ਹੋ ਗਿਆ। ਇਹ ਹੁਣ ਬੀਬੀ ਪਿਛਲੇ ਜਨਮ 'ਚ ਇਹਨੇ ਕੋਈ ਚੰਗਾ ਕੰਮ ਕੀਤਾ ਨਹੀਂ ਹੈ, ਹੁਣ ਇਹ ਸਾਡੇ ਘਰ ਆਈ ਹੈ, ਇੱਥੇ ਸੰਗਤ ਦੀ ਸੇਵਾ ਕਰੇਗੀ, ਇਹਦਾ ਵੀ ਪਾਰ ਉਤਾਰਾ ਹੋ ਜਾਏਗਾ। ਇਸ ਲਈ ਗੁਰਮੁਖ ਤੇਰਾ ਭਾਣਾ ਪਾਵੇ, ਗੁਰਮੁਖ ਸਗਲੀ ਗਣਤ ਮਿਟਾਵੇ, ਗੁਰਮੁਖ ਵੈਰ ਵਿਰੋਧ ਗਵਾਵੇ, ਗੁਰਮੁਖ ਸਗਲੀ ਗਣਤ ਮਿਟਾਵੇ, ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਖਸਮ ਪਛਾਤਾ। ਇਹ ਗੁਰਮੁਖ ਦੇ ਲੱਛਣ ਹਨ। ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਭਾਣੇ ਦੇ ਮਾਲਕ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਭਾਣੇ ਵਿੱਚ ਪ੍ਰਸੰਨ ਰਹਿਣਾ ਕੀਤਾ, ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਜਿਹੜੇ ਨਾਲ ਦੇ ਸਿੱਖ ਭਾਈ ਵਿਧੀ ਚੰਦ, ਭਾਈ ਪੁਰਾਣਾ ਜੀ ਆਦਿਕ, ਜਦ ਚੰਦੂ ਨੇ ਉਹਨਾਂ ਨੂੰ ਮਾਰ ਕੀਤੀ ਅਤੇ ਗੁਰੂ ਸਾਹਿਬ ਨੇ ਆਖਿਆ, ਗੁਰਸਿੱਖੋ ਤੁਸੀਂ ਕਿਉਂ ਮਾਰ ਖਾਂਦੇ ਹੋ, ਆਰਾਮ ਨਾਲ ਬੈਠੇ ਰਹੋ, ਇਹ ਸਾਡਾ ਭਾਣਾ ਹੈ। ਪਰ ਸਿੱਖਾਂ ਕੋਲੋਂ ਜਰਨਾ ਬੜਾ ਔਖਾ ਸੀਗਾ। ਉਹਨਾਂ ਅਰਦਾਸ ਕੀਤੀ, ਹੈ ਸੱਚੇ ਪਾਤਸ਼ਾਹ ਸਾਡਾ ਕੋਈ ਵੱਸ ਨਹੀਂ ਚੱਲਦਾ, ਇਹ ਚੰਦੂ ਕੋਈ ਪੇਸ਼ ਨਹੀਂ ਜਾਣ ਦਿੰਦਾ, ਜਿਸ ਤਰ੍ਹਾਂ ਤੈਨੂੰ ਕਸ਼ਟ ਦੇ ਰਿਹਾ ਕਿਤੇ ਸਾਡੇ ਵੱਸ ਪਾਏ, ਅਸੀਂ ਵੀ ਇਹਨੂੰ ਇਸੇ ਤਰ੍ਹਾਂ ਹੀ ਦੁੱਖ ਦਈਏ, ਪਤਾ ਲੱਗੇ। ਸੋ ਗੁਰੂ ਹਰਗੋਬਿੰਦ ਸਾਹਿਬ ਨੇ ਅਰਦਾਸ ਸੁਣੀ ਅਰਦਾਸ, ਸੁਆਮੀ ਮੇਰਾ ਸਰਬ ਕਲਾ ਬਣਿਆਈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਭਾਈ ਵਿਧੀ ਚੰਦ, ਭਾਈ ਪੁਰਾਣੇ ਦੇ ਵਾਸੀ ਚੰਦੂ ਨੂੰ ਪਾਇਆ, ਉਹਦੀ ਨੱਕ 'ਚ ਨਕੇਲ ਪਾ ਕੇ ਦਿੱਲੀ ਤੋਂ ਤਰਨ ਤਾਰਨ ਤੋਂ ਅੰਮ੍ਰਿਤਸਰ ਲਿਆਂਦਾ। ਫਿਰ ਇੱਥੋਂ ਹੀ ਲਾਹੌਰ ਲੈ ਕੇ ਗਏ। ਜਿਸ ਪਟਪੂੰਜੇ ਨੇ
ਮਹਾਰਾਜ ਦੇ ਪਾਵਨ ਸੀਸ 'ਚ ਤੱਤੀ ਰੇਤ ਪਾਈ, ਇਹਦੇ ਜ਼ਬਰਦਸਤੀ ਕਰਨ ਨੂੰ ਵੀ ਅਰਦਾਸ ਕਰਦਾ ਸੀ, ਇਹ ਮਹਾਰਾਜ ਮੈਂ ਮਜਬੂਰ ਹਾਂ, ਇਹ ਖੁਰਪੇ ਦੇ ਨਾਲ ਮੇਰੇ ਕੋਲੇ ਤੱਤੀ ਰੇਤ ਜ਼ਬਰਦਸਤੀ ਪਵਾ ਰਿਹਾ, ਮੇਰਾ ਕਿਤੇ ਵੱਸ ਚੱਲੇ, ਖੁਰਪਾ ਇਹਦੇ ਸਿਰ 'ਚ ਮਾਰਾਂ, ਇਹਦਾ ਘੋਗਾ ਚਿੱਤ ਕਰ ਦਿਆਂ, ਇਹਨੂੰ ਖਤਮ ਕਰ ਦਿਆਂ। ਉਹਦੀ ਵੀ ਅਰਦਾਸ ਗੁਰੂ ਹਰਗੋਬਿੰਦ ਸਾਹਿਬ ਨੇ ਸੁਣੀ। ਆਖਿਆ ਗੁਰਸਿੱਖਾ ਬਾਹਰ ਨਿਕਲ, ਆ ਵੇਖ। ਟਕਾ ਟਕਾ ਜਦ ਮੰਗਾ ਕੇ ਇਹਨੂੰ ਮਰਵਾ ਰਹੀ ਸੀ, ਪਟਭੂੰਜੇ ਕੋ ਨੇ ਟਕਾ ਮੰਗਿਆ, ਉਹਨੇ ਮਾਰਿਆ ਵੱਟ ਕੇ ਸਿਰ 'ਚ ਇਹਦੇ ਖੁਰਪਾ ਭੜਕਾ ਕੇ ਸੁੱਟਤਾ, ਉੱਥੇ ਕਚੂਮਰ ਨਿਕਲ ਗਿਆ। ਇਹ ਸਾਹਿਬ ਦਾ ਭਾਣਾ ਮੰਨਦੇ ਨੇ ਤੇ ਗੁਰਸਿੱਖ ਵੀ ਭਾਣਾ ਮੰਨਦੇ ਨੇ, ਪਰ ਰੱਬ ਨਹੀਂ ਬਖਸ਼ਦਾ। ਪਰਮਾਤਮਾ ਕੀਤੇ ਕਰਮ ਦੀ ਸਜ਼ਾ ਬੰਦੇ ਨੂੰ ਦਿੰਦਾ, ਇਸ ਲਈ ਸਮਝ ਕੇ ਰਹਿਣਾ ਚਾਹੀਦਾ। ਕਿਸੇ ਦੇ ਜ਼ੁਲਮ, ਜ਼ਿਆਦਤੀ, ਜ਼ਬਰਦਸਤੀ ਕਦੀ ਵੀ ਨਾ ਕਰੋ, ਭਾਵੇਂ ਘਰ ਵਾਲਾ ਹੀ ਕੋਈ ਹੋਵੇ, ਲੇਖਾ ਦੇਣਾ ਪੈਂਦਾ ਹੈ। ਕਈ ਧੀਆਂ ਭੈਣਾਂ ਨੂੰ, ਨੂੰਹਾਂ ਰਾਣੀਆਂ ਨੂੰ ਦੁਖੀ ਕਰਦੇ ਨੇ, ਉਹਨਾਂ ਦੀ ਵੀ ਬੁਰੀ ਹਾਲਤ ਹੋਏਗੀ। ਕਿਸੇ ਨੂੰ ਦੁਖੀ ਜਾਂ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਜ਼ਕਰੀਏ ਨੂੰ ਇੱਕੋ ਹੀ ਗੱਲ ਬਾਬੇ ਤਾਰੂ ਸੋ ਨੇ ਸਮਝਾਈ ਸੀ ਵੀ ਪੁੱਤ ਜੋ ਤੂੰ ਮਰਜ਼ੀ ਕਰ ਲੈ, ਤੇਰੀ ਖੁਸ਼ੀ ਹੈ, ਤੇਰੇ ਵੱਸ ਪਏ ਆ। ਸਾਨੂੰ ਮਹਾਰਾਜ ਦਾ ਹੁਕਮ ਹੈ ਕਿ ਭਾਣਾ ਮੰਨਣਾ ਹੈ, ਸ਼ਹੀਦੀ ਦੇਣੀ ਹੈ, ਸ਼ਕਤੀ ਨਹੀਂ ਦਿਖਾਉਣੀ। ਪਰ ਇੱਕ ਗੱਲ ਯਾਦ ਰੱਖ ਲੈ, ਤੂੰ ਮੈਨੂੰ ਮਾਰ ਹੀ ਸਕਦਾ, ਕੁਝ ਹੋਰ ਨਹੀਂ ਕਰ ਸਕਦਾ। ਜਦੋਂ ਤੂੰ ਮੇਰੇ ਤੇ ਵਾਰ ਕੀਤਾ, ਮੈਨੂੰ ਖਤਮ ਕੀਤਾ, ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਤਾਂ ਮੈਂ ਬਾਅਦ ਵਿੱਚ ਸੱਚਖੰਡ ਜਾਊਂਗਾ, ਪਹਿਲਾਂ ਤੈਨੂੰ ਆਪਦੀ ਜੁੱਤੀ ਦੀ ਨੋਕ ਅੱਗੇ ਲਾ ਕੇ ਨਰਕਾਂ 'ਚ ਪਾਊਂਗਾ। ਮੇਰੇ ਕੇਸਾਂ ਨੂੰ ਹੱਥ ਨਾ ਪਾਈ। ਇਹ ਕੇਸ ਮਹਾਰਾਜ ਗੁਰੂ ਗੋਬਿੰਦ ਸਿੰਘ ਦੇ ਨੇ, ਇਹ ਵੇਖ ਲਈ। ਤੂੰ ਹੁਣ ਕਰਨ ਤਾਂ ਲੱਗਾ ਸਭ ਕੁਛ। ਇਹ ਕਲਗੀਧਰ ਮਹਾਰਾਜ ਉਹਦੇ ਕੇਸ ਨੇ, ਜਦ ਤੂੰ ਇਹਦੀ ਬੇਅਦਬੀ ਕਰੇਗਾ ਤੇ ਮਹਾਰਾਜ ਬਖਸ਼ੂਗਾ ਨਹੀਂ ਤੈਨੂੰ। ਮੈਂ ਵੀ ਗੁੱਸਾ ਕਰੂੰਗਾ। ਮਰਨਾ ਤਾਂ ਇੱਕੋ ਦੇਣੀ ਹੈ, ਸਰੀਰ ਦੀ ਕੋਈ ਪਰਵਾਹ ਨਹੀਂ। ਸੋ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ। ਕਲਗੀਧਰ ਨੇ ਕੇਸ ਤਾਂ ਨਹੀਂ ਕੱਟਣ ਦਿੱਤੇ, ਪਰ ਖੋਪਰਾ ਉਹਦਾ ਲੈ ਗਿਆ। 22 ਦਿਨ ਬਾਬਾ ਜੀ ਸਮਾਧੀ 'ਚ ਰਹੇ ਤੇ ਉਸੇ ਦਿਨ ਤੋਂ ਹੀ ਉਹਦਾ ਪਿਸ਼ਾਬ ਬੰਦ ਕਰਤਾ। ਮੁੜ ਕੇ ਭਾਈ ਸ਼ਬੇਗ ਸਿੰਘ ਦੇ ਕੋਲ ਰੋਇਆ, ਜਿਹੜਾ ਉਹਦੇ ਕੋਲ ਨੌਕਰੀ ਕਰਦਾ ਸੀ। ਕਹਿੰਦਾ ਜਾਓ ਸਿੰਘਾਂ ਨੂੰ ਅਰਦਾਸ ਕਰਕੇ ਮੈਨੂੰ ਬਖਸ਼ਾਓ। ਸਿੰਘ ਕਹਿੰਦੇ ਆਪਾਂ ਪਾਪੀ ਦੀ ਅਰਦਾਸ ਨਹੀਂ ਕਰਦੇ, ਉਹ ਬਾਬਾ ਜੀ ਦਾ ਗੁਨਾਹਗਾਰ ਹੈ। ਸੋ ਜਿਹੜਾ ਸੰਤਾਂ ਦਾ ਗੁਨਾਹਗਾਰ ਹੋਵੇ, ਜੇ ਸੰਤ ਬਖਸ਼ ਲੈਣ ਤਾਂ ਬਖਸ਼ ਲੈਣ, ਉਹਨੂੰ ਰੱਬ ਵੀ ਨਹੀਂ ਬਖਸ਼ਦਾ। ਰੱਬ ਦੇ ਘਰੋਂ ਵੀ ਧੱਕਿਆ ਜਾਂਦਾ ਹੈ। ਆਪਾਂ ਤਾਂ ਨਹੀਂ ਉਹਨੂੰ ਬਖਸ਼ਣਾ ਹੈ। ਕਹਿੰਦੇ ਜੀ ਕਿਰਪਾ ਕਰੋ, ਸਿਫਾਰਿਸ਼ ਪਾਈ। ਫਿਰ ਕਹਿੰਦੇ ਬਾਬੇ ਤਾਰੂ ਸੋ ਨੇ ਸ਼ਹੀਦ ਹੋਣ ਲੱਗਿਆ ਕਿਹੜੇ ਬਚਨ ਕੀਤੇ ਸੀ? ਕਹਿੰਦੇ ਉਹਨਾਂ ਆਖਿਆ ਸੀ ਜੁੱਤੀ ਦੀ ਨੋਕ ਅੱਗੇ ਲਾ ਕੇ ਨਰਕਾਂ 'ਚ ਪਾਵਾਂਗੇ। ਫਿਰ ਕਹਿੰਦੇ ਇਲਾਜ ਬੜਾ ਸੌਖਾ, ਉਹਦੀ ਜੁੱਤੀ ਲਿਆਓ, ਅਰਦਾਸ ਦੀ ਵੀ ਨਹੀਂ ਲੋੜ। ਬਾਬਾ ਜੀ ਨੂੰ ਵੀ ਤੰਗ ਕਰਨ ਦੀ ਲੋੜ ਨਹੀਂ ਵੀ ਉਹਨਾਂ ਨੂੰ ਜਾ ਕੇ ਆਖੀਏ ਵੀ ਬਖਸ਼ ਲਓ। ਉਹਨਾਂ ਬਚਨ ਦਾ ਪਹਿਲਾਂ ਹੀ ਛੱਡਿਆ ਹੋਇਆ ਹੈ, ਜੁੱਤੀ ਲਿਆਓ ਬਸ, ਸਭ ਤੋਂ ਵਧੀਆ ਇਲਾਜ ਹੈ। ਖਾਲਸਾ ਸਰਕਾਰ ਨੇ ਹੁਕਮ ਦਿੱਤਾ ਕਿ ਸਮੇਂ ਦੀ ਸਰਕਾਰ ਜ਼ਕਰੀਆ ਖਾਨ ਦੇ ਸਿਰ ਵਿੱਚ ਖਾਲਸੇ ਦੀ ਜੁੱਤੀ ਵਜੇ। ਵੱਢ ਵੱਢ ਕੇ ਜੁੱਤੀਆਂ ਮਾਰੀਆਂ। ਕਹਿੰਦਾ ਹਾਂ ਹਾਂ ਬੜਾ ਆਨੰਦ ਆਇਆ। ਉਹ ਜਿਵੇਂ ਜੁੱਤੀ ਵਜੇ ਤਿਵੇਂ ਪਿਸ਼ਾਬ ਦਾ ਤੁਪਕਾ ਥੱਲਿਓਂ ਨਿਕਲੇ, ਉਹਨੂੰ ਸੁੱਖ ਮਿਲੇ। ਜੁੱਤੀਆਂ ਖਾਂਦਾ ਰਿਹਾ। ਕਹਿੰਦਾ ਹੋਰ ਜ਼ੋਰ ਦੀ ਮਾਰੋ, ਜਿੰਨਾ ਜ਼ੋਰ ਦੀ ਖਾਏ ਉਹਨਾਂ ਸੌਖਾ ਪਿਸ਼ਾਬ ਨਿਕਲੇ। 22 ਦਿਨ ਲਗਾਤਾਰ ਆਪਣੇ ਸਿਰ 'ਚ ਜੁੱਤੀਆਂ ਖਾਂਦਾ ਰਿਹਾ। ਕਈ ਵਾਰ ਆਪ ਵੀ ਖੁਦ ਮਾਰੇ, ਰਾਤ ਕੋਈ ਮਾਰਨ ਵਾਲਾ ਨਾ ਹੋਵੇ ਆਪ ਹੀ ਮਾਰੇ। ਇਉਂ ਖਾ ਖਾ ਕੇ ਜੁੱਤੀਆਂ ਮੱਢ ਪੋਲਾ ਹੋ ਗਿਆ, ਤਾੜੂ 'ਚ ਕੀੜੇ ਪੈ ਗਏ,
ਉਹਦੇ ਨਾਲ ਹੀ 22ਵੇਂ ਦਿਨ ਉਹਦੀ ਸਮਾਪਤੀ ਹੋ ਗਈ। ਸਾਧ ਸੰਗਤ ਜੋ ਚੜ੍ਹਾਈ ਕਰ ਗਿਆ, ਬਾਬਾ ਜੀ ਦਾ ਬਚਨ ਪੂਰਾ ਹੋਇਆ, ਉਹਨਾਂ ਨੂੰ ਨਰਕਾਂ 'ਚ ਸੁੱਟਤਾ। ਫਿਰ ਸਿੰਘ ਧਰਮਸ਼ਾਲਾ 'ਚ ਲਿਆਏ ਸੀ ਲਾਹੌਰ ਦੀ ਸੰਗਤ, ਇਹਨਾਂ ਲੱਤਾਂ ਤੋਂ ਧੋ ਕੇ ਖਾਲ 'ਚ ਸੁੱਟਦਾ ਸੀ, ਸੁੱਕੇ ਖਾਲ 'ਚ। ਤੇ ਸੰਗਤ ਬਾਬਾ ਜੀ ਨੂੰ ਉਠਾ ਕੇ ਧਰਮਸ਼ਾਲਾ ਵਿੱਚ ਲੈ ਕੇ ਤੇ ਉਹਨਾਂ ਸਿਰ ਤੇ ਪੱਟੀ ਬੰਨ੍ਹ ਦਿੱਤੀ ਸੀ ਤੇ ਲਿਟਾ ਦਿੱਤਾ ਸੀ। ਬਾਬਾ ਜੀ ਸਮਾਧੀ ਵਿੱਚ ਸਨ। ਸੰਗਤ ਨੇ ਆਖਿਆ, ਬਾਬਾ ਜੀ ਤੁਹਾਨੂੰ ਇੱਕ ਖਬਰ ਸੁਣਾਈਏ, ਜ਼ਕਰੀਆ ਮਰ ਗਿਆ ਜੀ। ਕਹਿੰਦੇ ਅੱਛਾ। ਫਿਰ ਉਹਨਾਂ ਹੱਥ ਜੋੜੇ, ਫਤਿਹ ਬੁਲਾਈ। ਕਹਿੰਦੇ ਸਾਡੀ ਵੀ ਫਤਿਹ, ਬਸ ਇਹੀ ਬਚਨ ਸੀਗਾ। 22ਵੇਂ ਦਿਨ ਆ ਵੀ ਉਹਨਾਂ ਨਰਕਾਂ 'ਚ ਪਾ ਕੇ ਜ਼ਕਰੀਆ ਨੂੰ ਨਰਕਾਂ ਸੁੱਟ ਕੇ ਆਪ ਸੱਚਖੰਡ ਚਲੇ ਗਏ। ਇਉਂ ਸਿੰਘ ਗੁਰਮੁਖ ਗੁਰੂ ਸਾਹਿਬ ਤਾਂ ਭਾਣਾ ਮੰਨਦੇ ਨੇ, ਪਰ ਜਿਹੜਾ ਜ਼ੁਲਮ ਕਰੇ ਉਹਦਾ ਬੜਾ ਬੁਰਾ ਹੁੰਦਾ ਹੈ। ਨਾਵੇਂ ਪਾਤਸ਼ਾਹ ਤਿਲਕ ਜੰਜੂ ਰਾਖਾ ਪ੍ਰਭ ਤੰਗ, ਕੀਨੋ ਵੱਡੋ ਕਲੂ ਮੈਂ ਸਕ, ਸਾਧਨ ਹੇਤ ਇਤੀ ਜਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਪੰਜਾਂ ਦੇ ਵਿੱਚੋਂ 2 ਗੁਰਸਿੱਖਾਂ ਨੂੰ ਗੁਰੂ ਸਾਹਿਬ ਨੇ ਜਿਉਂਦੇ ਬਾਹਰ ਕੱਢਿਆ ਜੇਲ੍ਹ ਖਾਨੇ ਦਾ। ਜਮਾਂਦਾਰ ਸਾਹਿਬਾਂ ਦਾ ਸ਼ਰਧਾਲੂ ਸੀਗਾ। ਬਾਕੀਆਂ ਨੂੰ ਵੀ ਆਖਿਆ ਤੁਸੀਂ ਵੀ ਜਾਓ। ਕਹਿੰਦੇ ਨਹੀਂ ਮਹਾਰਾਜ, ਆਪ ਦੇ ਕੋਲ ਰਹਿਣਾ ਹੈ। ਮਹਾਰਾਜ ਕਹਿੰਦੇ ਹੁਣ ਕੋਲ ਰਹਿਣਾ ਸੌਖਾ ਨਹੀਂ ਹੋਊਗਾ, ਇੱਥੇ ਸ਼ਹੀਦੀ ਪਾਉਣੀ ਪਏਗੀ। ਜੇ ਤਾਂ ਮਰਨਾ ਹੈ ਫਿਰ ਤੁਸੀਂ ਰਹੋ, ਜੇ ਜਿਉਂਦੇ ਰਹਿਣਾ ਫਿਰ ਚਲੇ ਜਾਓ। ਕਹਿੰਦੇ ਮਹਾਰਾਜ ਆਪ ਦੇ ਚਰਨਾਂ ਦੇ ਵਿੱਚ ਜ਼ਿੰਦਗੀ ਤੇ ਮੌਤ ਆਪ ਦੇ ਕੋਲ ਹੀ ਹੈ। ਕਹਿੰਦੇ ਫਿਰ ਤਗੜੇ ਰਿਓ, ਘਬਰਾਇਓ ਨਾ, ਪਰਚਾ ਬੜਾ ਸਖਤ ਪੈਣਾ ਹੈ। ਕਹਿੰਦੇ ਆਪ ਕਿਰਪਾ ਕਰੋ। ਸੋ ਭਾਣੀ ਵਿੱਚ ਰਹਿ ਕੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ ਨੇ ਸ਼ਹੀਦੀ ਦਿੱਤੀ। ਬਾਬੇ ਮਤੀ ਦਾਸ ਨੇ ਇੱਕੋ ਹੀ ਬਚਨ ਛੱਡਿਆ, ਆਖਿਆ ਔਰੰਗਜ਼ੇਬ ਸਾਨੂੰ ਤੋਂ ਜੋ ਮਰਜ਼ੀ ਕਰ ਲਾ, ਮਹਾਰਾਜ ਦਾ ਹੁਕਮ ਹੈ, ਅਸੀਂ ਤੈਨੂੰ ਕੁਝ ਨਹੀਂ ਆਖਾਂਗੇ। ਪਰ ਸਾਡੇ ਤੋਂ ਬਾਅਦ ਜੇ ਸਾਡੇ ਗੁਰੂ ਤੇ ਤੂੰ ਕਿਤੇ ਵਾਰ ਕੀਤਾ ਭੁੱਲ ਭੁਲੇਖੇ ਵੀ, ਤੇ ਸਾਡੇ ਨੂੰ ਬੁਰਾ ਕੋਈ ਨਹੀਂ ਹੋਗਾ, ਪਰ ਤੈਨੂੰ ਛੱਡਾਂਗੇ ਨਹੀਂ, ਤੈਨੂੰ ਦਿੱਲੀ 'ਚ ਨਹੀਂ ਰਹਿਣ ਦਿਆਂਗੇ। ਪਰ ਇਹ ਆਪਣੀ ਕਰਨੀ ਤੋਂ ਬਾਜ ਨਾ ਆਇਆ। ਨਾਵੇਂ ਪਾਤਸ਼ਾਹ ਦਾ ਪਾਵਨ ਸੀਸ ਇਹਨੇ ਉਤਾਰਿਆ। ਰਾਤ ਜਦ ਪਲੰਘੇ ਦੇ ਸੌਣ ਲੱਗਾ, ਮਾੜਾ ਜਿਹਾ ਅੱਖ ਇਹਨੇ ਚਮਕੀ ਹੈ। ਵੈਸੇ ਘਬਰਾਹਟ ਤਾਂ ਪਹਿਲਾਂ ਦੀ ਹੋ ਰਹੀ ਸੀ, ਮੀਂਹ ਹਨੇਰੀ ਝੱਖੜ ਕਰਕੇ ਇਹਨੂੰ ਕੁਛ ਹੋ ਰਿਹਾ ਸੀ ਦਿਲ ਦੇ ਵਿੱਚ। 12 ਕੁ ਵਜੇ ਮਾੜੀ ਜਿਹੀ ਅੱਖ ਲੱਗੀ ਤੇ ਬਾਬੇ ਨੇ ਫੜ ਕੇ ਪਲੰਘੇ ਸਮੇਤ ਹੀ ਇਹਨੂੰ ਉਲਟਾ ਕੇ ਥੱਲੇ ਪਟਕਾ ਕੇ ਧਰਤੀ 'ਤੇ ਮਾਰਿਆ। ਕਹਿੰਦੇ ਪੁੱਤ ਤੈਨੂੰ ਮੈਂ ਆਖਿਆ ਸੀ ਵੀ ਮੇਰੇ ਗੁਰੂ ਨੂੰ ਕੁਝ ਨਾ ਆਖੀ, ਪਰ ਤੂੰ ਬਾਜ ਨਹੀਂ ਆਇਆ। ਜੇ ਭਲਾ ਚਾਹੁੰਦਾ ਇੱਥੇ ਤੂੰ ਸੌਂ ਨਹੀਂ ਸਕਦਾ ਦਿੱਲੀ ਦੇ ਵਿੱਚ, ਮੈਂ ਤੈਨੂੰ ਦਿੱਲੀ 'ਚ ਨਹੀਂ ਰਹਿਣ ਦੇਣਾ, ਨਿਕਲ ਜਾ ਇੱਥੋਂ। ਤੇਰੀ ਉਮਰ ਅਜੇ ਪ੍ਰਮਾਤਮਾ ਨੇ ਬਾਕੀ ਲਿਖੀ ਆ। ਮਹਾਰਾਜ ਕੋਲੋਂ ਮੈਂ ਡਰਦਾ ਹਾਂ, ਨਹੀਂ ਤਾਂ ਮੈਂ ਹੁਣੇ ਤੈਨੂੰ ਮਾਰ ਦੇਣਾ ਸੀ। ਗੁਰੂ ਸਾਹਿਬ ਦੇ ਹੁਕਮ 'ਚ ਤੈਨੂੰ ਮਾਰਨਾ ਤਾਂ ਨਹੀਂ, ਪਰ ਜੇ ਤੂੰ ਜਿਉਂਦਾ ਰਹਿਣਾ ਚਾਹੁੰਦਾ ਤੂੰ ਇੱਥੋਂ ਨਿਕਲ ਜਾ। ਜੇ ਕੱਲ੍ਹ ਨੂੰ ਮੈਂ ਵੇਖਿਆ ਮੈਂ ਤੇਰੀ ਗਿੱਚੀ ਕੁੱਟ ਦੂੰਗਾ, ਸੰਗੀ ਨੱਪ ਦੂੰਗਾ, ਇੱਥੋਂ ਨਿਕਲ ਜਾ। ਸਾਹਿਬਾਂ ਨੂੰ ਸ਼ਹੀਦ ਕਰਕੇ ਤੇ ਹੁਣ ਤੂੰ ਇੱਥੇ ਸੌਣਾ ਚਾਹੁੰਦਾ ਸੁੱਖ ਦੀ ਨੀਂਦ, ਤੈਨੂੰ ਕਦੀ ਵੀ ਸੁੱਖ ਦੀ ਨੀਂਦ ਨਹੀਂ ਆਊਗੀ। ਕਲਗੀਧਰ ਨੇ ਵੀ ਇਹਨੂੰ ਬਚਨ ਦਿੱਤਾ, ਸ਼ਰਾਪ ਦਿੱਤਾ ਵੀ ਮੇਰਾ ਖਾਲਸਾ ਪੁੱਤ ਅਜੇ ਜਿਉਂਦਾ ਹੈ। ਕੁੰਡਲੀਆ ਸੱਪ ਜਿੱਥੇ ਸੌਵੇਂਗਾ ਤੇਰੀ ਹਿੱਕ ਤੇ ਮਿਹਲਦਾ ਰਹੂਗਾ। ਸਾਹਿਬਜ਼ਾਦਿਆਂ ਨੇ ਭਾਣੇ 'ਚ ਰਹਿ ਕੇ ਸ਼ਹੀਦੀ ਦਿੱਤੀ, ਜਿੰਦਾ ਨੀਹਾਂ 'ਚ ਆਪਣਾ ਆਪ ਚੜਾਇਆ, ਭਾਣੇ ਤੋਂ ਉਲਟ ਸ਼ਕਤੀ ਨਹੀਂ ਦਿਖਾਈ। ਵੱਡਿਆਂ ਨੇ ਜੰਗ ਯੁੱਧ ਕਰਕੇ ਸਰੀਰ ਅਰਪਿਤ ਕੀਤਾ। ਭਾਣੇ ਦੇ ਮਾਲਕ ਗੁਰੂ ਸਾਹਿਬ ਮਾਛੀਵਾੜੇ ਥਾਣੀ ਕਿੰਨੇ ਦੁੱਖ ਕਸ਼ਟ ਚੱਲਦੇ ਹੋਏ ਭਾਣੇ 'ਚ ਪ੍ਰਸੰਨ ਰਹੇ। ਕਹਿੰਦੇ ਪੁੱਤ ਤੂੰ ਕੀ ਸਮਝਦਾ ਵੀ ਮੇਰੇ ਪੁੱਤ ਮਾਰ ਕੱਤੇ ਤੂੰ? ਬਿਲਕੁਲ ਨਹੀਂ, ਤੇਰਾ ਭੁਲੇਖਾ ਹੈ। ਮੇਰਾ ਪੁੱਤ ਹੈ ਖਾਲਸਾ। ਮੇਰੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਦੇ ਕੇ
ਖਾਲਸੇ ਦੀਆਂ ਨੀਹਾਂ ਨੂੰ ਮਜ਼ਬੂਤ ਕੀਤਾ ਹੈ, ਆਪ ਦਾ ਖੂਨ ਸਿੰਜ ਕੇ। ਇਹ ਖਾਲਸੇ ਦੇ ਬੂਟੇ ਨੂੰ ਜੀਵਤ ਰੱਖਣਾ ਹੈ। ਇਹ ਮੇਰਾ ਖਾਲਸਾ ਪੁੱਤ ਕੁੰਡਲੀਆ ਸੱਪ ਹੈ, ਤੇਰੀ ਛਾਤੀ ਤੇ ਮੇਲਦਾ ਰਹੂਗਾ। ਜਿੱਥੇ ਲੰਮੇ ਪਏਗਾ ਉੱਥੇ ਇਹ ਕੰਡੇ ਵਿਛਾ ਦੇਊਗਾ, ਤੈਨੂੰ ਕੰਡੇ ਚੁਭਣਗੇ। ਜਿੱਥੇ ਖੜਾ ਹੋਏਗਾ ਤੇਰੇ ਪੈਰਾਂ ਥੱਲੇ ਅੱਗ ਦੀ ਅੰਗਿਆਰ ਰੱਖ ਦੇਊਗਾ। ਤੂੰ ਸੜੇਗਾ, ਮਰੇਗਾ, ਘਬਰਾਏਗਾ, ਸੁੱਖ ਦੀ ਨੀਂਦ ਨਹੀਂ ਸੌਂ ਸਕਦਾ। ਤੋ ਇੰਜ ਸੋ ਮਹਾਰਾਜ ਤਾਂ ਭਾਣੇ 'ਚ ਰਹਿਣ ਦੀ ਆਗਿਆ ਦਿੰਦੇ ਨੇ, ਗੁਰਮੁਖ ਰਹਿੰਦੇ ਵੀ ਹਨ। ਤੇ ਪਰ ਜੋ ਪਰਮਾਤਮਾ ਹੈ ਉਹ ਕਦੀ ਵੀ ਜ਼ੁਲਮ ਵਾਲਿਆਂ ਨੂੰ, ਜ਼ਬਰਦਸਤੀ ਵਾਲਿਆਂ ਨੂੰ ਬਖਸ਼ਦਾ ਨਹੀਂ। ਸਲੋਕ ਸੰਤ ਸਰਨ ਜੋ ਜਨ ਭਰੈ, ਸੋ ਜਨ ਉਧਰ ਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਦਇਆ ਕਰੋ ਨਾਨਕ ਗੁਣ ਗਾਵੇ, ਮਿੱਠਾ ਲੱਗੇ ਤੇਰਾ ਭਾਣਾ। ਇਹ ਵਾਹਿਗੁਰੂ ਆਪ ਦੀ ਦਇਆ ਕਰੋ, ਮਿਹਰ ਕਰੋ, ਜੋ ਅਸੀਂ ਤੇਰੇ ਗੁਣ ਗਾਉਂਦੇ ਰਹੀਏ, ਤੇਰਾ ਭਾਣਾ ਸਾਨੂੰ ਮਿੱਠਾ ਅਤੇ ਪਿਆਰਾ ਲੱਗਦਾ ਰਹੇ। ਸੋ ਗੁਰੂ ਮਹਾਰਾਜ ਨੇ ਤਾਂ ਇਹ ਬਚਨ ਕੀਤੇ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬਹਿਰਾਈ। ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰਾ ਰਾਜਨ। ਆਪਣੇ ਬਾਰੇ ਤਾਂ ਨਹੀਂ ਮਹਾਰਾਜ ਕੁਛ ਆਖਦੇ, ਤੇ ਪਰ ਜੇ ਗੁਰੂ ਸਾਹਿਬਾਂ ਦੀ ਕੋਈ ਨਿੰਦਿਆ ਹੋਵੇ ਫਿਰ ਤਾਂ ਨਹੀਂ ਬਖਸ਼ਿਆ ਜਾਂਦਾ ਜੀਵ। ਜਿਵੇਂ ਸਕੇ ਰਾਗੀ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਹੈ, ਰਾਏ ਬਲਵੰਡ ਦੇ ਸੱਤੇ ਨੂੰ ਮਾਂ ਨੇ ਸ਼ਰਾਬ ਦਿੱਤਾ ਸੀਗਾ। ਫਿਰ ਉਹਨਾਂ ਦਾ ਸਰੀਰ ਕੋੜੀ ਹੋ ਗਿਆ ਸੀ। ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਬੁਰਾ ਭਲਾ ਆਖਿਆ। ਤੋ ਇੰਜ ਗੁਰਮੁਖ ਭਾਣਾ ਮੰਨਦੇ ਨੇ, ਤੇ ਪਰ ਆਮ ਦੁਨਿਆਵੀ ਪੱਖ ਤੋਂ ਵੀ ਕਿਸੇ ਦਾ ਬੁਰਾ ਲੋਚਨਾ ਮਹਾਰਾਜ ਨੇ ਵਰਜਿਤ ਕੀਤਾ। ਪਾਤਸ਼ਾਹ ਕਹਿੰਦੇ ਜੇ ਤੁਸੀਂ ਸੁਖੀ ਰਹਿਣਾ ਚਾਹੁੰਦੇ ਹੋ ਤਾਂ ਇੱਕੋ ਗੱਲ ਹੀ ਮੇਰੀ ਪੱਲੇ ਬੰਨ੍ਹ ਕੇ ਲੈ ਜਾਓ, ਬਹੁਤੀਆਂ ਗੱਲਾਂ ਨਹੀਂ ਕਰਦੇ। ਮਹਾਰਾਜ ਨੇ ਪਾਣੀ 'ਚ ਮਧਾਣੀ ਨਹੀਂ ਪਾਈ ਹੈ, ਬਹੁਤਾ ਲੰਮਾ ਚੌੜਾ ਵਿਖਿਆਨ ਨਹੀਂ ਕੀਤਾ, ਕੰਮ ਦੀਆਂ ਗੱਲਾਂ ਕੀਤੀਆਂ ਨੇ। ਭੂਮੀਆਂ ਨੂੰ ਸਿਰਫ 3 ਗੱਲਾਂ ਸਮਝਾਈਆਂ ਸੀ, ਤੇ ਮਹਾਰਾਜ ਕੋਈ ਗੱਲ ਕਹਿੰਦੇ ਵੀ ਪੱਲੇ ਬੰਨ੍ਹ ਕੇ ਲੈ ਜਾਓ, ਤੁਸੀਂ ਮੇਰੇ ਭਰਾ ਹੋ, ਮੇਰੇ ਮਿੱਤਰ ਹੋ, ਗੁਰਦੁਆਰੇ ਦੇ ਬੰਦੇ ਹੋ, ਮੈਂ ਕਦੀ ਤੁਹਾਡਾ ਬੁਰਾ ਨਹੀਂ ਸੋਚੂੰਗਾ, ਮੈਂ ਤੁਹਾਨੂੰ ਚੰਗੀ ਗੱਲ ਸਮਝਾਉਂਦਾ ਜੇ ਸੁਖੀ ਰਹਿਣਾ ਚਾਹੁੰਦੇ ਹੋ। ਅੱਜ ਸਭ ਦੁਨੀਆ ਦੁਖੀ ਹੈ, ਔਰ ਇਹ ਗੱਲ ਵਿਚਾਰ ਵਾਲੀ ਹੈ ਕਿ ਕੋਈ ਵੀ ਇਨਸਾਨ ਆਪਣੇ ਦੁੱਖ ਤੋਂ ਤਾਂ ਘੱਟ ਦੁਖੀ ਹੈ, ਪਰ ਗੁਆਂਢੀਆਂ ਦੇ ਸੁੱਖ ਤੋਂ ਜ਼ਿਆਦਾ ਦੁਖੀ ਹੈ। ਅਸੀਂ ਆਪ ਦੇ ਦੁੱਖ ਤੋਂ ਨਹੀਂ ਦੁਖੀ, ਦੂਜੇ ਨੂੰ ਸੁਖੀ ਵੇਖ ਕੇ ਦੁਖੀ ਹਾਂ। ਇਸ ਲਈ ਪਾਤਸ਼ਾਹ ਕਹਿੰਦੇ ਨੇ ਤੁਸੀਂ ਗੁਰਮੁਖ ਬਣੋ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਇਹ ਮੇਰੇ ਭਰਾਵੋ ਤੇ ਮਿੱਤਰੋ, ਪਰਾਏ ਦਾ ਬੁਰਾ ਕਦੀ ਵੀ ਨਾ ਮਨ ਕਰਕੇ ਸੋਚੋ, ਨਾ ਸਰੀਰ ਕਰਕੇ ਕਰੋ, ਤੇ ਨਾ ਹੀ ਬਾਣੀ ਕਰਕੇ ਕੋਈ ਵੱਧ ਘੱਟ ਬਚਨ ਬੋਲੋ ਜਿਹਦੇ ਨਾਲ ਅਗਲੇ ਦਾ ਦਿਲ ਦੁਖੇ। ਜਿਹੜੀ ਬੋਲੀ ਮਾਰਨੀ ਹੈ ਇਹ ਬੰਦਾ ਮਾਰਨ ਦੇ ਹੀ ਬਰਾਬਰ ਹੈ। ਮਰਿਆ ਤਾਂ ਦੇਹ ਛੁੱਟ ਜਾਂਦੀ, ਜਿਉਂਦੇ ਨੂੰ ਬੋਲੀ ਮਾਰੀ ਉਹਨੂੰ ਸਾਰੀ ਉਮਰ ਤੰਗ ਕਰੂਗੀ। ਤੇ ਇਸ ਲਈ ਵੇਖੋ ਦ੍ਰੋਪਦੀ ਨੂੰ ਕਿੱਡਾ ਵੱਡਾ ਇਵਜ਼ਾਨਾ ਭੋਗਣਾ ਪਿਆ, ਕਿੱਡਾ ਵੱਡਾ ਮਹਾਂਭਾਰਤ ਦਾ ਫਤੂਰ ਖੜਾ ਕਰ ਦਿੱਤਾ। ਇੱਕੋ ਹੀ ਗੱਲ ਨੇ ਵੀ ਅੰਨਿਆਂ ਕਰਨ ਨੇ ਜੰਮੇ। ਕਿੱਡੀ ਕੁ ਵੱਡੀ ਗੱਲ ਸੀ ਜੇ ਉਹ ਜਰ ਜਾਂਦਾ, ਪਰ ਨਹੀਂ ਬੰਦੇ 'ਚ ਜਰਨ ਸ਼ਕਤੀ। ਸੁਭਾਅ ਨੇ ਬੋਲ ਵੀ ਦਿੱਤਾ, ਉਹਦੇ ਕੋਲ ਜਰਿਆ ਨਹੀਂ ਗਿਆ, ਕਿੱਡਾ ਵੱਡਾ ਫਤੂਰ ਖੜਾ ਹੋ ਗਿਆ ਨਿੱਕੀ ਜਿਹੀ ਗੱਲ ਤੋਂ ਹੀ। ਤੇ ਇਸ ਵਾਸਤੇ ਕਹਿੰਦੇ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਇੱਕ ਗੁਰਮੁਖ ਪਿਆਰੇ ਜਥੇ ਦੇ ਵਿੱਚ ਰਹੇ, ਫਿਰੋਜ਼ਪੁਰ ਇਲਾਕੇ ਦੇ, ਤੇ ਕਾਫੀ ਸਾਲਾਂ ਬਾਅਦ ਅਸੀਂ ਅੰਮ੍ਰਿਤਸਰ ਤੋਂ ਇਕੱਠੇ ਹੋਏ ਇੱਕੋ ਹੀ ਬੱਸ ਦੇ ਵਿੱਚ। ਉਹਨਾਂ ਆਪਦੇ ਇਲਾਕੇ ਨੂੰ ਜਾਣਾ, ਮੈਂ ਇੱਧਰ ਨੂੰ ਆਉਣਾ।
ਤੇ ਉਹਨੇ ਇੱਕ ਬਚਨ ਦੱਸਿਆ। मैं कहा भी मेरे को तो समा नहीं है, तेरे ते महाराज की कृपा है, तू रहत वाला है, तू खुद आप कला ही कर दे। कहता भी संबड़ पाठ करिए। जो मेरा पिता है ये कष्ट दे विच दुख दे विच रहिंदा है, कोई बाहरली हवा आउंदी है ते साडी एक भूआ मरी सीगी साडे घर दे विच, ओहदा भुलेखा पैंदा है कि वही तंग परेशान कर दी है, ना तो उसकी कल्याण होई, ना किसी कोई पाठ कराया, तो घर दे भी दुखी ने। मैनू बेनती की थी भावें 40 दिनों तो वध लग जाए तो तू ही आप हिम्मत कर, किसी को इन्ना समा भी नहीं हुंदा। ते वो मैं जे इत्थे पहुंचिया ही हाँ चंडीगढ़, अमृतसर नूं प्यार नाल बेनती की थी, वो आपदे घर पहुंचा तो अगले दिन सुनिया पहुंच गया। उधरों मैनू फोन आ गया, कहते भी पिता तो चढ़ाई कर गया। वो तो चढ़ गया, कोठे तो छाल मार के उची उची बोली जाए, वो जी साड़ी भूआ का नाम लवे, वो कार ते आई है तो मैनू लै चली है। नशे पत्ते दादी इस वक्त अमृत वेले माँ का मत्था टेकन चली गई तो आप उन्हें फड़ी बोतल गड़ गड़ चाढ़ गया। इन्हां चीज़ों के कोले रूहां ज़्यादा भटकदियां ने। तो मैं उन्होंने पूछा भी कारण की है, कहते कारण ये बनया साडी गौरमेंट भी इहो ਜਿਹੇ कानून कढ़ दिंदी है जो कई बार ਜਿਹੜਾ समाज है ਉਹਦੇ ਵਿੱਚ ਮੰਨਣੇ ਔਖੇ ਹੋ ਜਾਂਦੇ ਨੇ। ਧੀਆਂ ਭੈਣਾਂ ਨੂੰ ਅਤੀ ਸਤਿਕਾਰ ਦੇ ਨਾਲ ਭਰਾ ਪਿਤਾ ਵਿਆਹੁੰਦੇ ਨੇ ਬੜੇ ਚਾਵਾਂ ਮਲਹਾਰਾਂ ਦੇ ਨਾਲ। ਜਦੋਂ ਭਰਾਵਾਂ ਦੇ ਬਰਾਬਰ ਆ ਕੇ ਹਿੱਸਾ ਬਣਾਉਣ ਦਾ ਯਤਨ ਕਰਦੀਆਂ, ਝਗੜਾ ਉਤਪੰਨ ਕਰ ਲੈਂਦੀਆਂ, ਉਹ ਘਰ ਵਿੱਚ ਮੁਸ਼ਕਿਲ ਖੜੀ ਹੋ ਜਾਂਦੀ ਹੈ। ਜੋ ਅਸੂਲ ਜੋ ਨਿਯਮ ਇਹ ਹੈ ਕਿ ਬੀਬੀਆਂ ਭੈਣਾਂ आप दे पिता ते आप दे भरा दे पासों कभी भी हिस्सा ना मंगण, क्योंकि परमात्मा ने जिस घर दे विच उन्होंने निवास कराया वो उन्हों का असली घर है। फिर हमेशा नहीं मेल मिलाप छुट जाता। गलती तो होंदी ही है पर इन्नी भी वड्डी नहीं भी बंदा ही मार दिओ। साडे प्यो ने साडी भूआ मारती गुस्से च आके, वो बेचारी कार ते आउंदी सी, एक दिन कार ते ही आई तो उन्होंने खत्म कर दिता भी ये गां आएगी ही नहीं, कभी हिस्सा मंगे ही ना। बीबी नूं मारना, निहत्थे उपर वार करना बहुत बड़ा पाप है। वो रब दे घर कभी बख्शिया नहीं जाता। ਉਹਦੇ मन का कोई फुरना रह गया होगा। वो बार बार आउंदी कहंदी लिया पुत तू बड़ा भरा बनिया फिरदा, हुण लिया तू मेरा हिस्सा, मैं तेनों जान नहीं देना किते भी, इत्थे रख। और रोज़ ही हिस्सा मंगण आ जाती तो फिर अपने नाल ही लैके तुर गई। तो इस वास्ते बुरे काम का बुरा नतीजा हुंदा। सतगुरु महाराज सच्चे पातशाह बख्श लैण। महाराज के चरणों में अरदास करिए, ये वाहिगुरु सो संत शरण जो जन पर सो जन उदरन हार, संत की निंदा नानका बौर बौर अवतार। असी आप दे संत आप दी संगत दे चरणों दे विच पए रहिए अते हमेशा ही तेरा नाम जपदे तेरे भाणे च प्रसन्न रहिए। एक मनसुख शाहूकार वो भाई भगीरथ ने लाहौर तो लिया के महाराज जी चरनी पाया, उन्होंने भी यही सिक्ख्या दी। तो भाई भगीरथ मलसियां का पिंड का सरपंच जब पहली बार महाराज के चरणों च आया, कहता जी मैनू देवी ने भेजिया तो शिक्षा दिओ जिदे मेरा पार उतारा होए। श्री गुरु नानक प्रकाश बचन आता कि महाराज ने उन्होंने बहुता ज़्यादा कहते भी गूढ़ ज्ञान आप इतने कथा करते ही नहीं, बहुता लम्मा चौड़ा नहीं वख्यान करीदा। 3 गल्लां साडियां पल्ले बन लई, जिंदगी च कदी धोखा नहीं खाएगा तो मुक्त हो जाएगा। कहते दसो महाराज, जिन्ने को उन्हें बचन मनन नूं तैयार। तो पातशाह जी ने
ਉਹਨਾਂ ਨੂੰ ਭਾਈ ਭਗੀਰਥ ਨੂੰ ਦੇ ਗਾਂ ਭਾਈ ਭਗੀਰਥ ਨੇ ਮਨਸੁਖ ਨੂੰ ਇਹ ਉਪਦੇਸ਼ ਦ੍ਰਿੜ ਕਰਵਾਇਆ। ਸਤਿਗੁਰੂ ਕਹਿਣ ਲੱਗੇ ਹਉਮੈ ਤਜਨ, ਬੰਦਾ ਹਉਮੈ 'ਚ ਹੀ ਕੋਈ ਕਿਸੇ ਦਾ ਬੁਰਾ ਕਰਦਾ ਜਾਂ ਕਿਸੇ ਨੂੰ ਮਾਰਦਾ, ਕਿਸੇ ਨੂੰ ਤੰਗ ਪਰੇਸ਼ਾਨ ਕਰਦਾ, ਹਉਮੈ 'ਚ ਹੀ ਕਰਦਾ ਹੈ ਨਾ। ਕਹਿੰਦੇ ਹਉਮੈ ਦਾ ਤਿਆਗ ਕਰ ਦਿਓ, ਨਾਮ ਲਿਵ ਲਾਵਣ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਾਮ ਦੇ ਵਿੱਚ ਲਿਵ ਲਾ ਕੇ ਰਹੋ। ਭਾਣਾ ਮੰਨਣ ਪੰਥੇ ਹੋ ਪਾਵਨ, ਤੀਜਾ ਉਪਦੇਸ਼ ਹੈ ਕਿ ਵਾਹਿਗੁਰੂ ਜੀ ਦਾ ਭਾਣਾ ਸਿਰ ਮੱਥੇ ਮੰਨੇ, ਜੋ ਦੁੱਖ ਸੁੱਖ ਆ ਬਣੇ ਉਹਨੂੰ ਆਪ ਦੇ ਪਰ ਸਹਾਰ ਕੇ ਖੁਸ਼ੀ ਖੁਸ਼ੀ ਪ੍ਰਸੰਨ ਰਹਿ ਕੇ, ਕਹਿੰਦੇ ਦੁੱਖ ਦੇ ਵਿੱਚ ਅਰਦਾਸ, ਸੁੱਖ ਵਿੱਚ ਸ਼ੁਕਰਾਨਾ ਕਰੇ, ਹਰ ਵੇਲੇ ਮਹਾਰਾਜ ਦਾ ਭਜਨ ਕਰਦਾ ਰਹੇ। ਇਸ ਲਈ ਵਾਹਿਗੁਰੂ ਜੀ ਦੇ ਚਰਨਾਂ 'ਚ ਬੇਨਤੀ, ਸਤਿਗੁਰੂ ਮਹਾਰਾਜ ਨੂੰ ਇਹ ਅਰਦਾਸ ਹੈ। ਦਇਆ ਕਰੋ ਨਾਨਕ ਗੁਣ ਗਾਵੈ, ਇਹ ਵਾਹਿਗੁਰੂ ਆਪਣੀ ਦਇਆ ਕਰੋ, ਮਿਹਰ ਕਰੋ, ਜੋ ਅਸੀਂ ਤੇਰੇ ਗੁਣ ਗਾਇਨ ਕਰੀਏ। ਮਿੱਠਾ ਲੱਗੈ ਤੇਰਾ ਭਾਣਾ, ਇਹ ਵਾਹਿਗੁਰੂ ਸਾਨੂੰ ਤੇਰਾ ਭਾਣਾ ਹਮੇਸ਼ਾ ਹੀ ਮਿੱਠਾ ਪਿਆਰਾ ਲੱਗਣਾ ਕਰੇ। ਸੂਹੀ ਮਹੱਲਾ ਪੰਜਵਾ, ਜਿਹੜੇ ਭਾਣਾ ਮੰਨਦੇ ਨੇ ਉਹਨਾਂ ਸੰਤਾਂ ਦੀ ਸਿਫਤ ਕਰਦੇ ਆ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਇਹ ਸ਼ਬਦ ਉਚਾਰ ਰਹੇ ਹਨ। ਭਾਗ ਠੜੇ ਹਰ ਸੰਤ ਤੁਮਾਰੇ, ਹੇ ਵਾਹਿਗੁਰੂ ਤੇਰੇ ਉਹ ਸੰਤ ਜਨ ਭਾਗਾਂ ਵਾਲੇ ਹਨ। ਕਾਜਨ ਕਰ ਤਨ ਹਰ ਨਾਮਾ, ਜਿਨ੍ਹਾਂ ਦੇ ਹਿਰਦੇ ਰੂਪ ਘਰ ਦੇ ਵਿੱਚ ਤੇਰਾ ਹਰੀ ਨਾਮ ਰੂਪੀ ਧਨ ਹੈ। ਕਿਉਂਕਿ ਆ ਜਿਹੜੇ ਡਾਲਰ ਤੇ ਪੌਂਡ, ਰੁਪਈਏ ਤੇ ਪੈਸੇ, ਸੋਨਾ ਤੇ ਚਾਂਦੀ ਹੈ, ਇਹ ਅਸਲੀ ਧਨ ਨਹੀਂ ਹੈ। ਅਸਲੀ ਧਨ ਕਿਉਂ ਨਹੀਂ ਹੈ? ਆ ਪਿੱਛੇ ਜੇ ਮੋਦੀ ਨੇ ਸਾਰਿਆਂ ਨੂੰ ਦਿਨੇ ਤਾਰੇ ਦਿਖਾਤੇ, ਸਮਝ ਲਓ ਵੀ ਰੱਬ ਨਹੀਂ ਦਿਖਾਏ। ਮਰਿਆਂ ਤੋਂ ਬਾਅਦ ਤਾਂ ਕਿਹਨੇ ਵੇਖਿਆ, ਜਿਉਂਦਿਆਂ ਹੀ ਕਾਗਜ਼ ਬਣ ਗਏ। ਬੰਦਾ ਵੇਖ ਵੇਖ ਰੋਂਦਾ ਸੀਗਾ, ਜਿੰਨੇ ਜਮ੍ਹਾਂ ਕੀਤੇ ਉਹ ਵੇਖ ਵੇਖ ਰੋਵੇ ਵੀ ਇਹ ਕਿਸੇ ਕੰਮ ਨਹੀਂ ਹੋਣੇ ਦਾ, ਕੀ ਕਰੀਏ। ਕਈ ਵਿਚਾਰੇ ਹੋ ਕੇ ਨਹੀਂ ਚੜ੍ਹਾਈ ਕਰ ਗਏ। ਜਿਹਨੇ ਮਿਹਨਤ ਮਸ਼ੱਕਤ ਦੇ ਨਾਲ ਇਕੱਠੇ ਕੀਤੇ ਨੇ, ਹੁਣ ਕੀ ਕਰੂਗਾ? ਬੈਂਕ ਵਾਲੇ ਕਹਿੰਦੇ ਵੀ ਆਪਾਂ ਤਾਂ ਨਹੀਂ ਲੈਣੇ ਜੀ, ਉਹਦੀ ਵਿਚਾਰੀ ਦੀ ਕਮਾਈ ਹੈ। ਤੇ ਇਸ ਤਰੀਕੇ ਦੇ ਨਾਲ ਇਹ ਅਸਲੀ ਧਨ ਨਹੀਂ ਹੈ, ਨਾ ਡਾਲਰ ਨੇ ਨਾ ਪੌਂਡ ਨੇ। ਤੇ ਇਹ ਵੀ ਆਪਾਂ ਇੱਥੇ ਬੈਠੇ ਸਾਂਭੀ ਫਿਰਦੇ ਆ, ਉਹ ਦੇਸ਼ਾਂ ਵਾਲੇ ਬਦਲ ਦਿੰਦੇ ਨੇ। ਇੰਗਲੈਂਡ ਨੇ ਸ਼ਾਇਦ 20 ਦਾ ਪੌਂਡ ਬਦਲਤਾ। ਕਾਗਜ਼ ਤਾਂ ਚੇਂਜ ਹੁੰਦੇ ਹੀ ਰਹਿੰਦੇ ਨੇ। ਤੇ ਇਸ ਵਾਸਤੇ ਸਰਕਾਰਾਂ ਨੂੰ ਪਤਾ ਨਹੀਂ ਕਿਹੋ ਜਿਹਾ ਭੁਲੇਖਾ ਪੈ ਜਾਂਦਾ। ਇਹ ਅਸਲੀ ਧਨ ਨਹੀਂ ਹੈ। ਅਸਲੀ ਧਨ ਕਿਉਂ ਨਹੀਂ ਹੈ? ਕਿਉਂਕਿ ਮਰਿਆਂ ਤੋਂ ਬਾਅਦ ਇਹਨੇ ਕੰਮ ਨਹੀਂ ਆਉਣਾ। ਜਿਵੇਂ ਹਰੇਕ ਦੇਸ਼ ਦੀ ਕਰੰਸੀ ਵੱਖੋ ਵੱਖ ਹੈ, ਇਉਂ ਪਰਲੋਕ ਦੀ ਕਰੰਸੀ ਕਿਹੜੀ ਹੈ? ਇੱਕ ਵਾਰ ਗੱਜ ਕੇ ਮੇਰੇ ਕੰਨਾਂ 'ਚ ਆਵਾਜ਼ ਪਾਓ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਤਾਂ ਤੁਹਾਨੂੰ ਕਥਾ ਸੁਣਾ ਰਿਹਾ, ਤੁਸੀਂ ਗੱਲਾਂ ਸੁਣਾ ਰਹੇ ਹੋ। ਗੱਲਾਂ ਦੀ ਆਵਾਜ਼ ਮੇਰੇ ਕੰਨਾਂ 'ਚ ਪੈ ਰਹੀ ਹੈ, ਕਿਉਂਕਿ ਵਾਤਾਵਰਨ ਬੜਾ ਇਕਾਂਤ ਵਾਲਾ ਹੁੰਦਾ। ਰਾਗੀ ਦਾ ਸਾਜ਼ ਵਜਾਉਂਦੇ ਨੇ, ਉਹ ਰਲਾ ਗੋਬਲਾ ਪਾ ਜਾਂਦਾ, ਮਾੜੀ ਮੋਟੀ ਕੋਈ ਗੱਲ ਸੁਣਦੀ ਨਹੀਂ। ਜੇ ਬੋਲਣ ਵਾਲੇ ਦੇ ਕੰਨੀ ਆਵਾਜ਼ ਪੈਂਦੀ ਰਹੇ ਫਿਰ ਥੋੜ੍ਹਾ ਔਖਾ ਹੁੰਦਾ ਬੋਲਣਾ। ਸੋ ਇੰਨੇ ਤਾਂ ਬ੍ਰਹਮ ਗਿਆਨੀ ਨਹੀਂ ਵੀ ਸਾਡੀ ਬਿਰਤੀ ਟਿਕੀ ਰਹੇ। ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੀਦਾ ਹੈ। ਸੱਚੇ ਪਾਤਸ਼ਾਹ ਵਾਹਿਗੁਰੂ ਨਾਮ ਦੀ ਜੋ ਕਰੰਸੀ ਹੈ, ਇਹ ਪਰਲੋਕ ਦੇ ਵਿੱਚ ਕੰਮ ਆਉਂਦੀ ਹੈ। ਜੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੂਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਜੈ ਮੁਸ਼ਕਿਲ ਹੋਵੇ ਤੁਪਾਰੀ, ਹਰ ਕੋ ਨਾਮ ਕਿਨ ਮਾਹੀ ਉਧਾਰੀ। ਅਨਕ ਪੁਨੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਇਸ ਲਈ ਮਹਾਰਾਜ ਕਹਿੰਦੇ ਗੁਰਮੁਖ ਨਾਮ ਜਪੋ ਮਨ ਮੇਰੇ। ਇੱਕ ਵਾਰ ਫਿਰ ਕਹਿ ਦੋ ਜੀ ਸਤਨਾਮ ਸ੍ਰੀ ਵਾਹਿਗੁਰੂ। ਏਕ ਚਿਤ ਜੇ ਇਕ ਛਿਨ ਤੇ ਆਇਓ, ਕਾਲ ਫਾਸ ਕੇ बीच न आयो।
भावें एक बार भी आखो, पर आखो जरूर। जैसे 68 तीर्थ परस कियो, जो विचार चरियो कैलाश रह्यो। जैसे कोट बरस तप उर्धमुखी बैसंतर में तन दयो। जैसे लाख बार कुरुक्षेत्र में असमेध जागिया भंग ठयो। फुनि अमृत नाम शेषति जिन एक बार श्री वाहिगुरु कहो। फिर कहो जी सतनाम श्री वाहिगुरु। एक चित जे क्षण ध्यायो, काल फास के बीच ना आयो। जिन्हें एक बार भी कह दिता, वो काल की फाही च नहीं आया। सुपने दे विच कई बार सानू डर लगता, कोई दबा पे तो आप वाहिगुरु वाहिगुरु करते हैं, एक बार उच्ची सारी निकल गए, फिर बंदा शांत हो जाता। कई बद भलावां साडे मगरों लह जांदियां ने, सानू पता नहीं लगता। इसलिए कहते गुरु अमरदास जी श्लोक महला तीजा, ये मन हर जी ध्याए तू एक मन एक चित पाए। हर कियां सदा सदा वडियाइयां दे न पछोताए। महाराज बजुर्ग अवस्था 105 साल की अवस्था च भी किली फड़ के गुरुद्वारा चबारा साहब, अजे भी किली साहब है, भजन करते रहे। सतगुरु नानक देव महाराज करतारपुर साहब रोड़ा दी गुर करी वछाई। रे तक आहार कर रोड़ा दी गुर करी वछाई। ते वड्डे भाग हरसियों बनाई। खुद महाराज परमेश्वर होने के बावजूद भजन करते रहे। गुरु गोबिंद सिंह ने 4 युग का चौंकड़ा मारिया। अमृत छकाउण तो पहला 2.5 महीने 40 दिन, सवा महीना 1.5 महीना महाराज तप दे विच रहे, बंदगी की। उस तो बाद खालसा पंथ प्रगट करके प्रण लिया। महाराज ने गृहस्थ आश्रम का त्याग कर दिता, संन्यास धारण कर लिया। गुरु साहब खुद आप बंदगी वाले होए ने, जिन्हों ने सानू शिक्षा देनी है। खुद आप उस मार्ग से चल के दिखाया। ये सच्चा मार्ग है। सच्चा मार्ग चल दिया उस्तत करे, जहान भी उस्तत ही करदा ते लोक दे विच भी शोभा हुंदी। इसलिए पैसे तो बगैर तो वैसे सरदा नहीं है। माया की तो लोड़ ही है। जिउंदे बंदे नूं जिन्ना चिर वो जिउंदा है। जिहड़ा गृहस्थी है उहदे कोल तां जिन्ना भी पैसा होवे उन्ना ही थोड़ा है। पर जो परमात्मा सुते सिद्ध बख्शिश करे, उन्होंने मत्थे ते ला के शुक्र करना चाहिए। जिहड़ा भज दौड़ की जिंदगी है, सो आ लॉकडाउन दे विच रब ने सारिਆਂ ਨੂੰ समझाता। पहले तो नोटबंदी दे विच अकल दी भी भलिओ मानसो ये कागज नहीं किसी भी काम। हुण लॉकडाउन दे विच सारिਆਂ दिमाग टिकाने लियाता। माफ़ करना है तो दुख की घड़ी, पर की तो रब ने समझाया ही है भी टेक के बैठो। जे बैठोगे तो ही कुछ रब का नाम लओगे। हिरदे नाम सायो कर बैठे गुरु ते आयो। सतगुरु नानक देव जी ने इसलिए पक्का निजम वजह है कि धर्मशाला दे विच गुरु घर दे विच सवेर शाम संगत एकत्र होवे। काम दे टाइम दे काम करो, दबल के करो। मेहनत करने का कोई हर्ज नहीं। सो कमाई लोड़ वेले काम आउंदी है, ते पर अमृत वेला सच नाओ वडियाई विचार। अमृत वेला ते शामां दा वेला जिन्ना मर्जी वड्डा कढ़ाया होवे, उहदे 2 कुंडे होण ते सौखा चुक्या जांदा। बेड़ी सारी पानी च डुबी होवे, 4 उंगलां उपर रहे ते आप भी तरदी है, पूर दा पूर भी भर के पार उतारदी है। 2 उंगलां सवेरे 2 उंगलां शाम। जिन्हें 2.5 3 4 घंटे भजन बंदगी संगत ला ले, वो दिने भी कित्थे जाऊगा। काम कर करदा भी नाम कहे तलोचना, मुख ते राम संभाल, हाथ पाओ कर काम सब जीत निरंजन नाल। ये रब दे नाम दा इहो जिहा खजाना है। पर लोग इहदे विच कहंदे जिथे तुहानूं पानी की लोड़ होगी उत्थे पानी बनूगा। पैसा बंदे दे काम नहीं आउंदा। बीमारी की हालत में स्वास्थ्य नहीं पूरे कर दिंदा, पर जिहड़ा रब का नाम है वो सारा कुछ ही बन जाता। भुख लगी तो रोटी, प्यास लगी तो पानी, बंदे का दिल घबराउंदा होवे श्वास बन के। इस वास्ते
तंदुरुस्ती का खजाना। महाराज का नाम धन सब तो उत्तम। जिनके पल्ले धन वसै तिनका नाम फकीर। जिनके हृदय तू वसै ते नर गुणी गहीर। इसलिए पापा बाझो होवे नाही मोया साथ न जाई। आ वेखो किले खंडरात पे ने, जिथे मर्जी वेख लो, लाल किला वेख लो, आगरा वेख लो, जिथे ताज महल है ग्वालियर का किला वेख लो, बहुती दूर नहीं अपने पिंड च ही वेख लो। कोई है बंदा कोई नाल लैके गया या कुछ भी है। तो खजाने भी इसी तरह ही पए रहिंदे दबे रहिंदे। स्विट्जरलैंड की बैंक दे विच कोई मंत्री इहो जिहा नहीं हो जिहदा अकाउंट ना होएगा। वो किसी को दसदे नहीं, इस तरह ही लोग चढ़ाई चढ़ाई कर जाते। वो देश इसे करके अमीर है। बड़िया लोगों की उत्थे लोकर पए हुए ने, लैण वाला कोई मंगण वाला रहा ही नहीं, सामभण वाला। तो इस वास्ते एक चालस है ते कहंदे भी जो आया सो चल सी, सब कोई आई वारी है। तो कहंदे कि खसम मरे तो नार न रोवे, उस रखवारा औरो होवे। रखवारे का होए विनाश, आगे नरक इहाँ भोग विलास। जे मालक खत्म हो गया अगे होर सामण वाले आ गए। इस तरह तो ये तो आई चलाई चलती है, ਇਹਦਾ कोई अपना जीवन नहीं। सो ये जी माया रूप इस्तरी रब ने बनाई है, ऐसी इस्तरी कराम उपाई। उन सब जग खाया, आपदा शो विखा के सारे जगत को खा लिया। एक पासों मारी छाल दूजे कर, दूजे तो तीजे कर, ਇਹਦਾ हिसाब ही इस तरह। तो ਜਿਹੜਾ ਇਹਦਾ ਖਹਿੜਾ करे उन्हें खत्म कर देंदी है। उन सब जग खाया हम राखे, गुरु मेरे भाई, साढ़े गुरु ने सानू रख लिया। तो ऐसे जोड़े महापुरख वो नाम धन वाले शाहूकार अमीर हैं। सो जिन्हों के कोल महाराज का वाहिगुरु धन है। परवान गणी से ये आए, वो संत ये संसार विच आए प्रमाणिक गिणी दे हन। सफल तिना के कामा, उन्हां दे सारे काम भी सफल हन। जिन्हां नाम की कमाई की है तिनकी बरकत खाहे असंख करोड़े। आशीदां दा पितर स्थान आप दे सामने। इन्हां दी कीती कमाई बरकत अज भी वेखो किन्ने खा रहे ने, किन्ने खर्च रहे ने। खावे खर्चे रल मिल भाई, टोट ना आवे बद हो जाइए। इं जिहड़ा नाम धन एकत्र करता है वो हमेशा ही तुरिया रहिंदा है, वधदा रहिंदा है। उन्हां दा आउणा संसार में सफल है, उन्हां दा कारज काम भी सफल है। जिहड़े परोपकार करदे ने मेरे रामा, हे मेरे भाई, हर जन कहूँ बाल जाई। परमेश्वर दे संत जनां तो मैं बलिहार कुर्बान जांदा हां। केसा का कर चवर टुलावा, अपने सिर दे केसां दा चौर बना के उन्हां संत जनां ते मैं चलाउणा कਰਾਂ। जे केस होण ही ना, मतलब कोई मोना होवे, फिर वो पंक्ति किवें ढुकूगी। कई कहंदे ना बाणी चों लभ के दिखाओ जी, कित्थे लिखिया दाढ़ी काली नहीं करनी, कित्थे लिखिया भी केस वढाउणे नहीं हन, कटाउणे नहीं। हुण स्पष्ट है केसां दा चौर कहंदे चुलावा। चौर तां उही चलो जिहदे केस होणगे, जिहदे है ही नहीं वो चौर दी भावना की कर सकदा। इसलिए गुरबाणी दे विच केस रखण दा, साबत सूरत रहण दा हुक्म है। चरण तोड़ मुख लाई, संतां दे चरणां दी थोड़ी मैं अपने मूँह मत्थे ते लाउणा करां। इसे प्रकार केसा का कर चवर टुलावा, निष्काम कर्म रूपी केसां दा चौर टुलाना करां। चरण तोड़ मुख लाई, और उन्हां प्यारियां दी शरधा रूपी तोड़ी अपने अंतःकरण रूपी मुख ते लावां। जिहड़े माया दे मोह तो ब्रह्म ज्ञानी सदा निर्लेप, जैसे जल में कमल अलेप। कमल दी तरह
ਤੋ ਲੱਖਾਂ ਕਰੋੜਾਂ ਅਰਬਾਂ ਮਾਇਆ ਦੇ ਵਿੱਚ ਰਹਿੰਦੇ ਹੋਏ ਵੀ ਨਿਰਲੇਪ ਨੇ ਰਹਾਉ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਜਨਮ ਮਰਨਾ ਦੋਹੂ ਮਹ ਨਾਹੀ। ਅਸੀਂ ਆਪ ਦੇ ਕਰਮਾਂ ਦਾ ਦੁੱਖ ਸੁੱਖ ਭੋਗਣ ਲਈ ਜਨਮ ਲੈਂਦੇ ਆ, ਕਰਮ ਭੋਗ ਕੇ ਮਰ ਜਾਂਦੇ ਆ। ਜਿਵੇਂ ਜੇਲ੍ਹ ਦੇ ਵਿੱਚ ਡਾਕਟਰ ਵੀ ਆਉਂਦਾ, ਜਿਹੜੇ ਸੰਤ ਨੇ ਉਹ ਡਾਕਟਰ ਦੀ ਤਰ੍ਹਾਂ ਕਰਮ ਭੋਗਣ ਨਹੀਂ ਆਉਂਦੇ, ਉਹ ਤਾਂ ਜੀਆਂ ਦੇ ਕਰਮ ਕੱਟਣ ਲਈ ਆਉਂਦੇ ਨੇ। ਜੰਮਣ ਤੇ ਮਰਨ ਇਹਨਾਂ ਦੋਨਾਂ ਤੋਂ ਰਹਿਤ ਨੇ, ਇਹਨਾਂ ਦੇ ਵਿੱਚ ਨਹੀਂ ਹਨ। ਜਨ ਪਰ ਉਪਕਾਰੀ ਆਏ। ਉਹ ਪਿਆਰੇ ਸੰਤ ਜਨ ਦਾ ਪਰਾਇਆਂ ਦਾ ਭਲਾ ਕਰਨ ਵਾਸਤੇ ਹੀ ਸੰਸਾਰ ਵਿੱਚ ਆਉਂਦੇ ਨੇ। ਜਿਸ ਗੁਰਮਤਿ ਵਿਦਿਆਲੇ ਦੇ ਵਿੱਚ ਮੈਂ ਵਿਦਿਆ ਪੜ੍ਹੀ ਹੈ, ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ, ਪਹਿਲੀ ਵਾਰ ਕੋਈ ਬਿਮਾਰੀ ਦੀ ਹਾਲਤ ਵਿੱਚ ਦਵਾਈ ਬੂਟੀ ਲਈ ਮਹਾਂਪੁਰਖਾਂ ਕੋਲੋਂ ਖੁਸ਼ੀ ਮੰਗੀ ਵੀ ਮਹਾਂਪੁਰਖੋ ਨਗਰ ਜਾਣਾ। ਐਡੇ ਸੰਤ ਮਹਾਂਪੁਰਖ ਸੀਗੇ, ਅਤੇ ਮੈਨੂੰ ਅਜੇ ਵੀ ਯਾਦ ਹੈ ਵੀ ਉਹਨਾਂ ਇੱਕ ਨੋਟਾਂ ਦੀ ਦੱਥੀ ਮੈਨੂੰ ਦਿੱਤੀ, ਬਿਲਕੁਲ ਨਵੀਂ ਨਿੱਕ, ਜਿਸ ਤਰ੍ਹਾਂ ਹੁਣੇ ਬੈਂਕ 'ਚੋਂ ਕਢਾਈ ਹੁੰਦੀ, ਪਤਾ ਨਹੀਂ ਕਿੱਥੋਂ ਲਿਆਂਦੀ। ਨੋਟ ਸੀ 5 ਦੇ, ਅਤੇ ਪਤਾ ਨਹੀਂ ਕਿੰਨੇ ਹੋਣਗੇ। ਮੈਂ ਕਿਹਾ ਜੀ ਮੇਰੇ ਕੋਲ ਮਾਇਆ ਹੈ। ਕਹਿੰਦੇ ਨਹੀਂ ਤੂੰ ਦਵਾਈ ਲਿਆਉਣੀ ਹੈ। ਮੈਂ ਕਿਹਾ ਜੀ ਦਵਾਈ ਦੀ ਵੀ ਮਾਇਆ ਹੈ, 100-150 ਰੁਪਈਆ ਅਤੇ ਕਿਰਾਇਆ ਮੈਂ ਕਿਹਾ ਜੀ 20-40 ਰੁਪਈਏ, ਸਭ ਕੁਛ ਹੈ ਜੀ ਆਪ ਦਾ ਦਿੱਤਾ। ਕਹਿੰਦੇ ਨਹੀਂ, ਮੇਰਾ ਫਰਜ਼ ਹੈ, ਇਹ ਜਥੇ ਦੀ ਮਰਜ਼ਾਦਾ ਹੈ। ਮੈਂ ਹੈਰਾਨ ਰਹਿ ਗਿਆ ਅਤੇ ਰੋਣ ਆ ਗਿਆ ਵੀ ਜਿਸ ਤਰ੍ਹਾਂ ਮਾਵਾਂ ਬੱਚਿਆਂ ਦਾ ਖਿਆਲ ਰੱਖਦੀਆਂ, ਰੋਟੀ ਵੀ ਆਪ ਦੇ ਕੋਲੋਂ ਖਵਾਉਂਦੇ। ਜਿਸ ਤਰ੍ਹਾਂ ਮਾਂ ਬੱਚੇ ਦੇ ਮੂੰਹ 'ਚ ਪਾ ਕੇ ਉਹਨੂੰ ਰਜਾ ਕੇ ਫਿਰ ਖਾਂਦੀ ਆ। ਮੈਂ ਕਦੀ ਉਹਨਾਂ ਨੂੰ ਨਹੀਂ ਸੀ ਵੇਖਿਆ ਵੀ ਸਾਥੋਂ ਪਹਿਲਾਂ ਉਹ ਪ੍ਰਸ਼ਾਦਾ ਛਕਦੇ ਹੋਣ, ਬਿਲਕੁਲ ਨਹੀਂ। ਸਾਰਿਆਂ ਨੂੰ ਖਵਾ ਕੇ, ਕਿਸੇ ਦੇ ਘਰ ਵੀ ਜਾਣਾ, ਗੁਰਦੁਆਰੇ ਵੀ ਵਰਤਾਉਣਾ, ਅਤੇ ਪਹਿਲਾਂ ਸੰਗਤ ਨੂੰ ਖਵਾਉਣਾ। ਆਹ ਭਾਵੇਂ ਰਾਤ ਦੇ 12 ਦਾ, ਭਾਵੇਂ 1 ਵੱਜ ਗਏ। ਬੰਬੇ ਕਥਾ ਕੀਰਤਨ ਤੋਂ ਬਾਅਦ ਕਾਫੀ ਲੇਟ ਹੋ ਜਾਈਦਾ। ਕਈ ਵਾਰ ਆਉਂਦਿਆਂ ਇਸ਼ਨਾਨ ਕਰਕੇ ਅਤੇ ਨਿਤਨੇਮ ਕਰਕੇ ਕਹਿੰਦੇ ਰੋਟੀ ਖਾ ਕੇ ਨੀਂਦ ਆਊਗੀ, 2 ਵਜੇ ਛਕਣਾ। ਐਸਾ ਉਹਨਾਂ ਮਹਾਂਪੁਰਖਾਂ ਦਾ ਜੀਵਨ। ਕੱਪੜੇ ਲੀੜੇ, ਮੈਨੂੰ ਕੰਬਲ ਦਿੱਤਾ ਅਤੇ ਕਿਹਾ ਵੀ ਇਹ ਜਥੇ ਦੀ ਮਰਜ਼ਾਦਾ ਹੈ। ਆਪ ਦੇ ਕੋਲੋਂ ਸਾਰਾ ਕੁਛ ਖਰਚਾ ਪਾਣੀ ਅਤੇ ਕਿਰਾਇਆ ਭਾੜਾ, ਦਵਾਈ ਬੂਟੀ, ਸਭ ਕੁਛ ਉਹਨਾਂ ਮਹਾਂਪੁਰਖਾਂ ਦਾ। ਅਤੇ ਵਿਦਿਆ ਇੰਨੀ ਅਮੋਲਕ, ਜਿਹੜੀ ਕਿਸੇ ਵੀ ਕਿਤਾਬ 'ਚੋਂ, ਕਿਸੇ ਸਕੂਲ ਕਾਲਜ ਦੇ ਵਿੱਚੋਂ ਹਜ਼ਾਰਾਂ ਲੱਖਾਂ ਰੁਪਈਆ ਫੀਸਾਂ ਤਾਰ ਕੇ ਵੀ ਪ੍ਰਾਪਤ ਨਹੀਂ ਹੁੰਦੀ। ਅਤੇ ਉਹ ਬਿਲਕੁਲ ਫਰੀ ਦੇ ਵਿੱਚ, ਬਿਨਾਂ ਕਿਸੇ ਮੁੱਲ ਤੋਂ। ਮਹਾਰਾਜ ਨੇ ਆਖਿਆ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਸੋ ਐਸੇ ਰੱਬ ਦੇ ਪਿਆਰ ਵਾਲੇ ਕਹਿੰਦੇ ਪਰ ਉਪਕਾਰੀ ਆਏ। ਉਹ ਜਿਹੜੇ ਜਨ ਨੇ ਉਹ ਪਰਾਇਆਂ ਦਾ ਭਲਾ ਕਰਨ ਵਾਸਤੇ ਸੰਸਾਰ ਦੇ ਵਿੱਚ ਆਉਂਦੇ ਹਨ। ਗੁਰਮਤਿ ਵਿਦਿਆ ਵੰਡ ਕੇ, ਗੁਰੂ ਘਰ ਬਣਾ ਕੇ, ਆ ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਚਲਾ ਕੇ। ਸੋ ਮਹਾਰਾਜ ਭੇਜਦਾ ਹੀ ਸੇਵਾ ਵਾਸਤੇ ਹੈ ਕਿ ਦੁਨੀਆ ਦੇ ਭਲੇ ਵਾਸਤੇ ਉਹ ਸੇਵਾ ਦੇ ਵਿੱਚ ਸੰਗਤਾਂ ਨੂੰ ਲਾਉਣ, ਅਤੇ ਇਉਂ ਬਹਾਨੇ ਦੇ ਨਾਲ ਜੀਆਂ ਦਾ ਭਲਾ ਕਰਕੇ ਤੁਰ ਜਾਂਦੇ ਨੇ। ਜੀ ਦਾਨ ਦੇ ਭਗਤੇ ਲਾਇਨ। ਜੀਵਾਂ ਨੂੰ ਜੀਵਨ ਮੁਕਤੀ ਉਪਦੇਸ਼ ਦਾ ਦਾਨ ਦੇ ਕੇ ਪਰਮੇਸ਼ਰ ਦੀ ਭਗਤੀ ਚਲਾਉਂਦੇ। ਹਰ ਸਿਉ ਲੈਨ ਮਿਲਾਏ। ਹਰ ਪਰਮੇਸ਼ਰ ਦੇ ਨਾਲ ਮਿਲਾ ਲੈਂਦੇ ਹਨ। ਸੱਚਾ ਅਮਰ ਸੱਚੀ ਪਾਤਸ਼ਾਹੀ। ਉਹਨਾਂ ਦਾ ਹੁਕਮ ਵੀ ਸੱਚਾ, ਸਰੂਪ ਦੀ ਪਾਤਸ਼ਾਹੀ ਵੀ ਸੱਚੀ ਹੈ। ਅਸਲੀ ਪਾਤਸ਼ਾਹ ਸੋ ਸਰਕਾਰ ਥੋੜ੍ਹੋ, ਮੰਤਰੀ ਥੋੜ੍ਹੋ ਨੇ, ਉਹ ਤਾਂ ਗਰਾਂਟਾਂ ਵਿੱਚ ਹੀ ਇੱਧਰ ਉੱਧਰ ਕਰ ਦਿੰਦੇ। ਜਿਹੜੇ ਸੰਤ ਨੇ ਰੱਬ ਦੇ ਪਿਆਰ ਵਾਲੇ, ਵੇਖੋ ਕੋਈ ਠੇਕਾ ਵੀ ਨਹੀਂ ਹੈ, ਕੋਈ ਆਮਦਨ, ਕੋਈ ਟੈਕਸ ਵਗੈਰਾ ਕੁਛ ਵੀ ਨਹੀਂ। ਉਹ ਲੋਕਾਂ ਦਾ ਰੁਪਈਆ ਇਕੱਠਾ ਕਰਕੇ, ਸਾਲੀ ਵਾਲੇ ਬਾਬਾ ਜੀ ਬਾਬਤ ਤੁਸੀਂ ਸਾਰੇ ਹੀ ਜਾਣਦੇ ਹੋ। ਅਸਲੀ ਪਾਤਸ਼ਾਹ ਤਾਂ ਰੱਬ ਦੇ ਪਿਆਰੇ ਨੇ, ਜਿੰਨੀ ਮਰਜ਼ੀ ਸੇਵਾ ਕਰਾਉਣ। ਆ ਵੇਖੋ ਸੋਨੇ ਨਾਲ ਗੁੰਮਟ ਮੜੇ ਹੋਏ ਨੇ, ਸੰਗੇ ਮਰਮਰ ਪੱਥਰਾਂ, ਜਿਹੜੇ ਉਹ ਸੋਨੇ ਤੋਂ ਵੀ ਕੀਮਤੀ ਆ, ਫਿਰ ਵੀ ਵੇਖੋ ਘਾਟਾ ਨਹੀਂ ਹੈ। ਇਹੀ ਅਸਲ 'ਚ ਪਾਤਸ਼ਾਹੀ। ਗੁਰੂ ਰਾਮਦਾਸ ਦਾ ਘਰ ਵੇਖੋ ਕਿੰਨਾ ਖੁਸ਼ਹਾਲ ਹੈ।
ਇਹ ਗੁਰੂ ਘਰ ਦੀ ਪਾਤਸ਼ਾਹੀ ਹੈ। ਸੱਚੇ ਸੇਤੀ ਰਾਤੇ ਉਹ ਆਪ ਸੱਚੇ ਵਾਹਿਗੁਰੂ ਦੇ ਹੁਕਮ 'ਚ ਰਤੇ ਰਹਿੰਦੇ। ਸੱਚਾ ਸੋਖਾ ਸੱਚੀ ਵਡਿਆਈ ਉਹਨਾਂ ਨੂੰ ਸੱਚਾ ਆਤਮਾ ਆਨੰਦ ਰੂਪੀ ਸੁਖ ਪ੍ਰਾਪਤ ਹੋਇਆ ਹੈ। ਜਿਸ ਰੂਪ ਦੀ ਪ੍ਰਾਪਤੀ ਨੂੰ ਸੱਚੀ ਵਡਿਆਈ ਉਹਨਾਂ ਨੂੰ ਪ੍ਰਾਪਤ ਹੋਈ ਹੈ। ਜਿਸ ਕੇ ਸੇ ਤਿਨ ਜਾਤੇ ਜਿਸ ਵਾਹਿਗੁਰੂ ਦੇ ਬਣੇ ਸੀ ਉਸ ਪਰਮੇਸ਼ਰ ਨੇ ਆਪਣੇ ਜਾਣ ਲਏ ਹਨ। ਅੱਖਾਂ ਫੇਰੀ ਪਾਣੀ ਟੋਵਾ ਉਹਨਾਂ ਸੰਤ ਜਨਾਂ ਨੂੰ ਗਰਮੀ ਦੀ ਰੁੱਤ 'ਚ ਪੱਖਾ ਫੇਰੀਏ, ਸੇਵਾ ਵਾਸਤੇ ਪਾਣੀ ਢੋਣਾ ਕਰੀਏ। ਹਰ ਜਨ ਕੈ ਪੀਸਨ ਪੀਸ ਕਮਾਵਾ ਉਹਨਾਂ ਰੱਬ ਦੇ ਸੰਤਾਂ ਦੇ ਭੋਜਨ ਛਕਾਉਣ ਲਈ ਚੱਕੀ 'ਚ ਦਾਣੇ ਪੀ ਕੇ ਸੇਵਾ ਕਮਾਈਏ, ਜਾਂ ਸੰਸਾਰ ਵੱਲੋਂ ਪੱਖ ਫੇਰਨ ਨੂੰ ਵੀ ਪੱਖਾ ਕਰੀਏ। ਪ੍ਰੇਮ ਦਾ ਪਾਣੀ ਢੋਈਏ, ਸੰਗਤ 'ਚ ਮਿਲ ਕੇ ਸਰਵਣ ਮੰਨਣ ਰੂਪ ਚੱਕੀ ਨਾਲ ਸੂਖਮ ਅਸੂਲ ਵਾਸ਼ਨਾਵਾਂ ਪੀਸ ਕੇ ਨਾਮ ਦੀ ਕਮਾਈ ਨੂੰ ਕਮਾਈਏ। ਨਾਨਕ ਕੀ ਪ੍ਰਭ ਪਾਸ ਬਿਨੰਤੀ ਸਾਹਿਬ ਕਹਿੰਦੇ ਸਾਡੇ ਜਨਾਂ ਦੀ ਰੱਬ ਦੇ ਕੋਲ ਇੱਕੋ ਹੀ ਬੇਨਤੀ ਹੈ, ਹੋਰ ਤਾਂ ਮਹਾਰਾਜ ਦਾ ਦਿੱਤਾ ਸਭ ਕੁਛ, ਕਿਸੇ ਚੀਜ਼ ਦਾ ਘਾਟਾ ਨਹੀਂ ਹੈ। ਤੇਰੇ ਜਨ ਦੇਖਣ ਪਾਵਾ ਇਹੀ ਬੇਨਤੀ ਹੈ ਕਿ ਹੇ ਵਾਹਿਗੁਰੂ ਮੈਂ ਤੇਰੇ ਐਸੇ ਜਿਹੜੇ ਸੰਤ ਜਨ ਇਹੋ ਜਿਹੇ ਜੀਵਨ ਵਾਲੇ ਉਹਨਾਂ ਨੂੰ ਕਿਤੇ ਵੇਖਣਾ ਪਾਵਾਂ, ਉਹਨਾਂ ਦੇ ਦਰਸ਼ਨ ਕਿਤੇ ਮੈਨੂੰ ਮਿਲ ਜਾਣ, ਜਿਹੜੇ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਨੇ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡੀ ਜ਼ਿੰਦਗੀ ਸਾਡੇ ਸਵਾਸ ਸੰਗਤ ਦੀ ਲੇਖੇ ਲੱਗਣ ਜੀ। ਭੁੱਲ ਚੋਂ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਣੀ। ਪੱਖਾ ਫੇਰੀ ਪਾਣੀ ਟੋਵਾ ਹਰ ਜਨ ਕੈ ਪੀਸਨ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।